ਰਹਿਮਤਾਂ ਦੇ ਨਾਲ ਸੇਵਕਾਂ ਦਾ ਪਾਰ ਉਤਾਰਾ ਕਰ ਰਹੇ ਹਨ। ਇੱਧਰ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਬੜਾ ਹੀ ਪਿਆਰਾ ਪਰਮ ਅਨਿੰਨ ਸੇਵਕ ਹੈ, ਜਿਹਦਾ ਨਾਮ ਹੈ ਭਾਈ ਸੱਚਣ ਸੱਚ। ਕਵੀ ਜੀ ਨੇ ਲਿਖਿਆ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਵਿਖੇ ਸ਼ੇਖੂਪੁਰ ਪਿੰਡ ਦਾ ਰਹਿਣ ਵਾਲਾ ਹੈ, ਭਾਵੇਂ ਕਿ ਮਾਪਿਆਂ ਨੇ ਅਤੇ ਪਿੰਡ ਦਾ ਘਰ ਦਾ ਨਾਮ ਵੱਖਰਾ ਹੈ, ਪਰ ਇਹ ਇੰਨਾ ਭੋਲਾ ਭਾਲਾ ਸੀ ਅਤੇ ਐਸੇ ਸੁਭਾਅ ਦਾ ਮਾਲਕ ਹੈ ਵੀ ਜੇ ਕਿਸੇ ਨੇ ਕਹਿਣਾ ਵੀ ਆ ਭਾਈ ਸਾਡੇ ਕੋਲ ਆਣ ਕੇ ਬੈਠ, ਤੇ ਇਹਨੇ ਕਹਿਣਾ ਸੱਚਣ ਸੱਚ। ਕਿਸੇ ਨੇ ਕਹਿਣਾ ਸਾਡੇ ਨਾਲ ਆਣ ਕੇ ਬੈਠ ਕੇ ਪ੍ਰਸ਼ਾਦਾ ਛਕ, ਕਹਿਣਾ ਸੱਚਣ ਸੱਚ। ਜੇ ਕਿਸੇ ਨੇ ਕਹਿਣਾ ਵੀ ਸਾਡਾ ਕੋਈ ਕੰਮ ਕਰਦੇ, ਕਹਿਣਾ ਸੱਚਣ ਸੱਚ। ਇਹਦਾ ਵਾਰ-ਵਾਰ ਸੱਚਣ ਸੱਚ ਕਹਿਣ ਦੇ ਨਾਲ ਇਹਦਾ ਨਾਮ ਹੀ ਸੰਗਤਾਂ ਦੇ ਵਿੱਚ ਪੱਕ ਗਿਆ, ਸੱਚਣ ਸੱਚ। ਇਹਦਾ ਜਿਹੜਾ ਮਾਂ ਪਿਓ ਨੇ ਨਾਮ ਰੱਖਿਆ ਸੀ ਜਾਂ ਘਰ ਦਾ ਨਾਮ ਸੀ, ਪਿੰਡ ਦਾ ਨਾਮ, ਉਹ ਕਿਸੇ ਨੂੰ ਚੇਤੇ ਨਹੀਂ ਰਿਹਾ, ਪਰ ਜਿਹੜਾ ਇਹ ਵਾਰ-ਵਾਰ ਆਪਣੇ ਮੂੰਹ ਤੋਂ ਸੱਚਣ ਸੱਚ ਕਹਿੰਦਾ ਹੈ, ਉਹ ਨਾਮ ਸਭ ਨੂੰ ਚੇਤੇ ਰਹਿ ਗਈ ਅਤੇ ਇਹਦਾ ਨਾਮ ਹੀ ਸੰਗਤ ਨੇ ਪਾ ਦਿੱਤਾ ਸੱਚਣ ਸੱਚ। ਅਨੇਕ ਭਾਤ ਕਰ ਸੇਵਾ ਕਰੀਏ, ਜਿਉ ਪ੍ਰਾਣ ਤਨ ਆਗੈ ਧਰੀਏ ਦੇ ਮਹਾਂਵਾਕਾਂ ਅਨੁਸਾਰ। ਇਹ ਮਨ ਬਾਣੀ ਸਰੀਰ ਕਰਕੇ ਗੁਰੂ ਸਾਹਿਬ ਜੀ ਦੀ ਹਰ ਇੱਕ ਪ੍ਰਕਾਰ ਦੀ ਸੇਵਾ ਟਹਿਲ ਕਰਿਆ ਕਰਦਾ ਸੀ, ਭਾਵੇਂ ਉਹ ਜਲ ਢੋਣ ਦੀ ਸੇਵਾ ਹੈ, ਲੰਗਰ ਦੀ ਸੇਵਾ ਹੈ, ਬਸਤਰ ਸਾਫ਼ ਕਰਨ ਦੀ ਸੇਵਾ ਹੈ, ਪਰ ਮੁੱਖ ਰੂਪ ਦੇ ਵਿੱਚ ਜਿਹੜੀ ਸੇਵਾ ਕਰਿਆ ਕਰਦਾ ਸੀ, ਜਾਂ ਗੁਰੂ ਸਾਹਿਬ ਨੇ ਜਿਹੜਾ ਇਹਨੂੰ ਪ੍ਰਮਾਣ ਕਿਹਾ ਸੀ, ਹੁਕਮ ਦਿੱਤਾ ਹੈ, ਉਹ ਹੈ ਜੰਗਲ ਦੇ ਵਿੱਚ ਜਾਣਾ ਅਤੇ ਮਿਹਨਤ ਮਸ਼ੱਕਤ ਦੇ ਨਾਲ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਵਾਰ-ਵਾਰ ਲੈ ਕੇ ਆਉਣੀਆਂ, ਅਤੇ ਉਹਨਾਂ ਹੀ ਲੱਕੜਾਂ ਦੇ ਨਾਲ ਜਿੰਨਾ ਲੰਗਰ ਦਾ ਪ੍ਰਬੰਧ ਹੈ, ਪ੍ਰਸ਼ਾਦਿਆਂ ਦਾ, ਦਾਲ ਸਬਜ਼ੀ ਦਾ, ਜਲ ਗਰਮ ਕਰਨਾ, ਦੁੱਧ ਗਰਮ ਕਰਨਾ, ਉਹ ਇਹਦੇ ਦੁਆਰਾ ਲਿਆਂਦੀਆਂ ਹੋਈਆਂ ਲੱਕੜਾਂ ਦੇ ਨਾਲ ਹੀ ਹੁੰਦਾ ਸੀ। ਇੱਕ ਦਿਨ ਜਦੋਂ ਇਹ ਭਾਈ ਸੱਚਣ ਸੱਚ ਗੁਰੂ ਜਪਦਾ ਹੋਇਆ ਜੰਗਲ ਦੇ ਵਿੱਚ ਗਿਆ ਹੈ, ਜੰਗਲ ਲੱਕੜਾਂ ਲੈਣ ਵਾਸਤੇ। ਹੋਇਆ ਕੀ ਹੈ ਵੀ ਇੱਕ ਔਰਤ ਦੂਰ ਤੋਂ ਚੀਕਾਂ ਮਾਰਦੀ, ਕਿਲਕਾਰੀਆਂ ਮਾਰਦੀ ਇਹਦੇ ਕੋਲ ਆਈ ਹੈ, ਇਸ ਨੂੰ ਫੜ ਲਿਆ ਹੈ, ਆਪਣੇ ਦੰਦਾਂ ਦੇ ਨਾਲ ਇਹਨੂੰ ਜ਼ਖਮੀ ਕੀਤਾ, ਨੋਹ ਮਾਰੇ, ਕੱਪੜੇ ਪਾੜ ਦਿੱਤੇ। ਭਾਈ ਸੱਚਣ ਸੱਚ ਜਿਵੇਂ ਕਿਵੇਂ ਆਪਣੇ ਆਪ ਨੂੰ ਬਚਾ ਕੇ ਛੜਾ ਕਰਕੇ ਬੜੀ ਛੇਤੀ ਦੇ ਨਾਲ ਗੋਇੰਦਵਾਲ ਸਾਹਿਬ ਆਇਆ ਹੈ। ਜਦੋਂ ਭਾਈ ਸੱਚਣ ਸੱਚ ਨੂੰ ਸਾਰੀ ਸੰਗਤ ਨੇ ਅਤੇ ਗੁਰੂ ਅਮਰਦਾਸ ਮਹਾਰਾਜ ਨੇ ਵੇਖਿਆ ਵੀ ਜਦੋਂ ਗਿਆ ਸੀ ਅਤੇ ਸਰੀਰ ਠੀਕ ਸੀ, ਹੁਣ ਇਹਨੂੰ ਸਾਹ ਚੜ੍ਹਿਆ ਹੋਇਆ ਹੈ, ਰੰਗ ਬਦਲ ਗਿਆ ਹੈ, ਮੂੰਹ ਦਾ ਰੰਗ ਪੀਲਾ ਪੈ ਗਿਆ, ਡਰਿਆ ਹੋਇਆ ਹੈ, ਫਿਰ ਕੱਪੜੇ ਪਾਟੇ ਹਨ, ਜ਼ਖਮੀ ਹੈ, ਖੂਨ ਨਿਕਲ ਰਿਹਾ ਹੈ। ਸੰਗਤ ਨੇ ਅਤੇ ਗੁਰੂ ਅਮਰਦਾਸ ਮਹਾਰਾਜ ਨੇ ਪੁੱਛਣਾ ਕੀਤਾ ਵੀ ਬੱਚਾ ਹੋਇਆ ਕੀ ਤੇਰੇ ਨਾਲ? ਚੰਗਾ ਭਲਾ ਗਿਆ ਸੀ, ਸੇਵਾ ਕਰਦੇ ਕਰਦਿਆਂ ਤੇਰੇ ਨਾਲ ਇਹ ਭਾਣਾ ਕੀ ਵਰਤਿਆ ਹੈ? ਭਾਈ ਸੱਚਣ ਸੱਚ ਨੇ ਕਿਹਾ, ਗੁਰੂ ਸਾਹਿਬ ਜੀ ਕੀ ਦੱਸਾਂ, ਜੰਗਲ ਦੇ ਵਿੱਚ ਇੱਕ ਬੜੀ ਖੁੰਖਾਰ ਅਤੇ ਬੜੀ ਡਰਾਉਣੀ ਸ਼ਕਲ ਵਾਲੀ, ਜਿਹਨੂੰ ਵੇਖ ਕੇ ਹੀ ਮਨ ਦੇ ਵਿੱਚ ਦਹਿਸ਼ਤ ਅਤੇ ਡਰ ਪੈਦਾ ਹੋ ਜਾਂਦਾ ਹੈ, ਐਸੀ ਇੱਕ ਡਾਇਨ ਚੁੜੇਲ ਜੰਗਲ ਦੇ ਵਿੱਚ ਰਹਿੰਦੀ ਹੈ, ਜਿਹਨੇ ਮੈਨੂੰ ਅੱਜ ਮਾਰ ਹੀ ਦੇਣਾ ਸੀ, ਬੜੀ ਮੁਸ਼ਕਲ ਨਾਲ ਬਚ ਕੇ ਆਇਆ ਹਾਂ। ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ ਸੱਚਣ ਸੱਚ, ਕੋਈ ਚੁੜੇਲ ਨਹੀਂ, ਕੋਈ ਡਾਇਨ ਨਹੀਂ, ਤੈਨੂੰ ਪਤਾ ਥੋੜ੍ਹੇ ਦਿਨ ਪਹਿਲਾਂ ਹਰੀਪੁਰ ਦਾ ਰਾਜਾ ਆਇਆ ਸੀ ਦਰਸ਼ਨ ਕਰਨ ਵਾਸਤੇ। ਸੱਚਣ ਸੱਚ ਕਹਿਣ ਲੱਗਾ ਹਾਂਜੀ। ਮਹਾਰਾਜ ਕਹਿਣ ਲੱਗੇ ਉਸੇ ਰਾਜੇ ਦੀ ਇਹ ਘਰ ਵਾਲੀ ਹੈ, ਰਾਣੀ ਹੈ ਧਰਮ ਸੁਪਤਨੀ, ਸਾਡਾ ਵਚਨ ਨਾ ਮੰਨਣ ਕਰਕੇ ਕਮਲੀ ਹੋ ਗਈ ਅਤੇ ਹੁਣ ਜੰਗਲ ਦੇ ਅੰਦਰ ਆਪਣਾ ਜੀਵਨ ਬਤੀਤ ਕਰ ਰਹੀ ਹੈ। ਫਿਕਰ ਨਾ ਕਰ, ਕੱਲ੍ਹ ਜਦੋਂ ਦੁਬਾਰਾ ਲੱਕੜਾਂ ਲੈਣ ਜਾਵੇਂਗਾ ਅਤੇ ਸਾਡੇ ਚਰਨਾਂ ਦੀ ਇੱਕ ਖੜਾਵ ਜੋੜਾ ਨਾਲ ਲੈ ਜਾਵੇਂ। ਜਿਵੇਂ ਦੁਬਾਰਾ ਆਣ ਕੇ ਤੈਨੂੰ ਫੜਨ ਦੀ ਕੋਸ਼ਿਸ਼ ਕਰੇਗੀ, ਇਹਦੇ ਮਸਤਕ ਦੇ ਨਾਲ ਜਾਂ ਇਹਦੇ ਸਿਰ ਦੇ ਉੱਤੇ ਸਾਡਾ ਜੋੜਾ ਛੁਆ ਦਵੀਂ, ਇਹ ਰਾਜੀ ਬਾਜੀ ਹੋ ਜਾਵੇਗੀ, ਨਾਲ ਲੈ ਕੇ ਆਇਓ। ਭਾਈ ਸੱਚਣ ਸੱਚ ਨੇ ਵੈਸੇ ਹੀ ਕੀਤਾ। ਅਗਲੇ ਦਿਨ ਜਦੋਂ ਗਏ, ਇਹ ਫਿਰ ਫੜਨ ਵਾਸਤੇ ਆਈ। ਗੁਰੂ ਅਮਰਦਾਸ ਜੀ ਦਾ ਬਖਸ਼ਿਆ ਹੋਇਆ ਜੋੜਾ ਜਿਵੇਂ ਹੀ ਭਾਈ ਸੱਚਣ ਸੱਚ ਨੇ ਛੁਆਇਆ ਹੈ ਸਿਰ ਦੇ ਨਾਲ, ਇਹ ਬਿਲਕੁਲ ਠੀਕ ਠਾਕ ਹੋ ਗਈ, ਇਹਨੂੰ ਸੁਰਤ ਆ ਗਈ ਵੀ ਮੈਂ ਕੌਣ ਹਾਂ। ਉਸ ਵਕਤ ਇਸ ਨੇ ਬੜੀ ਨਿਮਰਤਾ ਦੇ ਨਾਲ ਕਿਹਾ ਵੀ ਭਾਈ ਸੱਚਣ ਸੱਚ ਮੈਨੂੰ ਬਸਤਰ ਦੇ, ਮੈਂ ਆਪਣਾ ਸਰੀਰ ਕੱਜ ਲਵਾਂ। ਭਾਈ ਸੱਚਣ ਸੱਚ ਨੇ ਆਪਣੇ ਉੱਤੇ ਧਾਰਨ ਕੀਤਾ ਹੋਇਆ ਕੰਬਲ ਇਹਨੂੰ ਦਿੱਤਾ ਹੈ।
ਇਹ ਦੋਨੋਂ ਜਣੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆਏ। ਮਹਾਰਾਜ ਨੇ ਵੇਖਦਿਆਂ ਸਾਰ ਮੁਸਕਰਾ ਕੇ ਕਹਿਣ ਲੱਗੇ, ਸੱਚਣ ਸੱਚ ਤੇਰਾ ਅਸੀਂ ਇਹਦੇ ਨਾਲ ਵਿਆਹ ਕਰ ਦਿੰਦੇ ਹਾਂ। ਇਹ ਜਿਹੜੀ ਰਾਜੇ ਦੀ ਰਾਣੀ ਸਾਡੇ ਬਚਨਾਂ ਦੇ ਨਾਲ ਕਮਲੀ ਹੋ ਕੇ ਜੰਗਲ 'ਚ ਚਲੀ ਗਈ ਸੀ, ਇਹ ਅੱਜ ਤੋਂ ਸਾਡੇ ਬਚਨ ਦੇ ਨਾਲ ਤੇਰੀ ਧਰਮ ਸੁਪਤਨੀ ਹੈ, ਤੇਰੀ ਜੀਵਨ ਸਾਥਣ ਹੈ। ਪੱਲੇ ਤੈਂਡੇ ਲੱਗ ਗਈ। ਹੁਣ ਇਹਨੂੰ ਆਪਣੇ ਨਾਲ ਲੈ ਜਾ ਅਤੇ ਜਿਹੜਾ ਤੇਰਾ ਪਿੰਡ ਹੈ, ਜਿੱਥੇ ਤੇਰਾ ਜਨਮ ਹੋਇਆ ਹੈ, ਉੱਥੇ ਚਲੇ ਜਾਓ, ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ, ਕਿਸੇ ਪ੍ਰਕਾਰ ਦੀ ਤੋਟ ਨਹੀਂ ਆਵੇਗੀ। ਸੋ ਗੁਰੂ ਸਾਹਿਬ ਜੀ ਨੇ ਆਪਣਾ ਦੂਸਰੀ ਖੜਾਬ ਜੋੜਾ ਵੀ ਇਹਨੂੰ ਬਖਸ਼ ਦਿੱਤਾ ਹੈ। ਇਹ ਸੱਚਣ ਸੱਚ ਅਤੇ ਰਾਜੇ ਦੀ ਰਾਣੀ ਜਿਹੜੀ ਹੁਣ ਸੱਚਣ ਸੱਚ ਦੀ ਧਰਮ ਸੁਪਤਨੀ ਬਣ ਗਈ ਹੈ। ਦੋਨੋਂ ਜਣੇ ਆਪਣੇ ਪਿੰਡ ਚਲੇ ਗਏ। ਕਵੀ ਜੀ ਨੇ ਇਹਨਾਂ ਦੀ ਕਥਾ ਸਮਾਪਤ ਕਰਦਿਆਂ ਹੋਇਆਂ ਲਿਖਿਆ ਹੈ ਵੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸ਼ੇਖੋਪੁਰ ਪਿੰਡ ਹੈ, ਜਿੱਥੇ ਭਾਈ ਸੱਚਣ ਸੱਚ ਨੇ ਗੁਰੂ ਦੀ ਬਖਸ਼ਿਸ਼ ਦੇ ਨਾਲ ਜਾ ਕੇ ਬੈਠਣਾ ਕੀਤਾ ਹੈ। ਜਿਹੜਾ ਵੀ ਕੋਈ ਰੋਗੀ ਸੋਗੀ ਦੁਖੀ ਇਹਨਾਂ ਦੇ ਕੋਲ ਆਉਂਦਾ ਹੈ, ਗੁਰੂ ਕਿਰਪਾ ਦੇ ਨਾਲ ਉਹ ਰਾਜੀ ਬਾਜੀ ਹੋ ਕੇ ਬੜੀ ਚੜ੍ਹਦੀ ਕਲਾ ਦੇ ਨਾਲ ਵਾਪਸ ਆਪਣੇ ਘਰ ਨੂੰ ਜਾਂਦੇ ਹਨ। ਇਹ ਪਾਵਨ ਗੁਰ ਇਤਿਹਾਸ ਆਪ ਜੀ ਨੇ ਪਿਛਲੇ ਦੀਵਾਨਾਂ ਵਿਖੇ ਸਰਵਣ ਕੀਤਾ ਸੀ। ਅੱਗੇ ਜੋ ਗੁਰੂ ਸਾਹਿਬ ਜੀ ਦਾ ਪਾਵਨ ਜੀਵਨ ਇਤਿਹਾਸ ਕੋਤਕ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ, ਆਓ ਪਿਆਰ ਦੇ ਨਾਲ ਚੁੱਪ ਦਾ ਦਾਨ ਬਖਸ਼ਦਿਆਂ ਹੋਇਆਂ ਪ੍ਰੇਮ ਸਹਿਤ ਸਰਵਣ ਕਰਨਾ ਕਰੀਏ। ਜਿਸ ਜਿਸ ਪਰ ਗੁਰ ਕਿਰਪਾ ਕਰੀ, ਭਏ ਨਿਹਾਲ ਅਬਿਦਿਆ ਹਰੀ। ਪ੍ਰੇਮ ਸਹਿਤ ਉਚਾਰਨ ਕਰਨਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸ਼੍ਰੀ ਗੁਰੂ ਅਮਰਦਾਸ ਕਿਰਪਾਲੂ ਦਾਤਾ ਜੀ ਦਾ ਪਾਵਨ ਗੁਰ ਇਤਿਹਾਸ ਲਿਖਦਿਆਂ ਹੋਇਆਂ ਕਵੀ ਜੀ ਆਰੰਭ ਕਰਦੇ ਹੈ। ਭਾਈ ਸੱਚਣ ਸੱਚ ਦੀ ਕਥਾ ਇੱਥੇ ਸਮਾਪਤ ਹੋ ਗਈ। ਪਹਿਲਾਂ ਬਾਬਾ ਸਾਵਣ ਮੱਲ ਦਾ ਪ੍ਰਸੰਗ ਸੀ, ਰਾਜੇ ਦੇ ਸਮੇਤ ਉਹ ਪੂਰਨ ਹੋਇਆ। ਫਿਰ ਜਿਵੇਂ ਭਾਈ ਸੱਚਣ ਸੱਚ ਦੀ ਕਥਾ ਆਈ ਹੈ, ਉਹ ਵੀ ਕਵੀ ਜੀ ਨੇ ਇੱਥੇ ਪੂਰਨ ਕਰ ਦਿੱਤੀ। ਅੱਗੇ ਹੁਣ ਨਵੇਂ ਪ੍ਰਸੰਗ ਆਰੰਭ ਹੋ ਰਹੇ ਹੈ। ਇਤਿਹਾਸ ਗੁਰੂ ਅਮਰਦਾਸ ਮਹਾਰਾਜ ਦਾ ਹੀ ਆਰੰਭ ਹੈ ਅਤੇ ਗੁਰੂ ਮਹਿਮਾ, ਗੁਰੂ ਉਸਤਤੀ, ਗੁਰੂ ਵਡਿਆਈ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਆਪਣੀ ਕਲਮ ਦੇ ਨਾਲ ਲਿਖ ਰਹੇ ਹਨ। ਕਹਿੰਦੇ ਹਨ, ਜਿਸ ਜਿਸ ਪਰ ਗੁਰ ਕਿਰਪਾ ਕਰੀ, ਭਏ ਨਿਹਾਲ ਅਬਿਦਿਆ ਹਰੀ। ਕਹਿਣ ਲੱਗੇ, ਹੈ ਸਰੋਤਾ ਜਣੋ, ਹੇ ਗੁਰੂ ਖਾਲਸਾ ਜੀ, ਧਿਆਨ ਦੇ ਨਾਲ ਸੁਣੋ। ਜਿਸ ਜਿਸ ਦੇ ਉੱਤੇ ਵੀ ਗੁਰੂ ਪਰਮੇਸ਼ਰ ਨੇ ਆਪਣੀ ਰਹਿਮਤ ਦਇਆ ਦ੍ਰਿਸ਼ਟੀ ਕਰਨਾ ਕੀਤੀ ਹੈ, ਜਿਵੇਂ ਗੁਰਬਾਣੀ ਦਾ ਬਚਨ ਹੈ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਦੋਖੀ, ਆ ਉਤਰੈ ਮਨ ਕੀ ਭੁੱਖ। ਅਗਲਾ ਬਚਨ ਹੈ, ਗੁਰ ਵਣ ਤਿਨ ਹਰਿਆ ਕੀਤਿਆ, ਨਾਨਕਿਆ ਮਨੁੱਖ। ਗੁਰੂ ਚਾਵੇ ਤਾਂ ਸੁੱਕਿਆਂ ਨੂੰ ਹਰਿਆ ਕਰ ਦੇਵੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸੁੱਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਕੰਚੋਹ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ, ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਤ ਧਾਰੈ, ਪਾਹਣ ਪਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿੰਨ ਕੇ ਗਏ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਪਏ। ਭੱਟ ਸਾਹਿਬਾਨ ਵਿੱਚ ਗੁਰੂ ਸਾਹਿਬ ਜੀ ਦੀ ਮਹਿਮਾ ਵਡਿਆਈ ਨੂੰ ਦਰਸਾਉਂਦਿਆਂ ਹੋਇਆਂ ਗੱਲ ਪ੍ਰਗਟ ਕਰਦੇ ਹਨ। ਕਹਿਣ ਲੱਗੇ, ਹੇ ਸਤਿਗੁਰੂ, ਜੇ ਤੁਹਾਡੀ ਦਿਵ ਦ੍ਰਿਸ਼ਟੀ, ਤੁਹਾਡੀ ਨਿਗਾਹ, ਤੁਹਾਡੀ ਅੱਖਾਂ ਦੀ ਰੋਸ਼ਨੀ ਕੱਚ ਦੇ ਉੱਤੇ ਪੈ ਜਾਵੇ ਤੇ ਕੱਚ ਕੱਚ ਨਹੀਂ ਰਹਿ ਜਾਂਦਾ, ਉਹ ਕੰਚਨ ਸੋਨਾ ਬਣ ਜਾਂਦਾ ਹੈ। ਜੇ ਤੁਹਾਡੀ ਮਹਾਰਾਜ ਰਹਿਮਤ ਜ਼ਹਿਰ ਦੇ ਉੱਤੇ ਪੈ ਜਾਵੇ, ਦ੍ਰਿਸ਼ਟੀ ਪੈ ਜਾਵੇ, ਤੇ ਜਿਹੜੀ ਜ਼ਹਿਰ ਹੈ ਅੰਮ੍ਰਿਤ ਹੋ ਜਾਂਦੀ ਹੈ। ਇਹ ਸਤਿਗੁਰੂ ਜੀ ਤੁਹਾਡੀ ਨਦਰ ਹੈ, ਤੁਹਾਡੀ ਰਹਿਮਤ ਹੈ, ਬਖਸ਼ਿਸ਼ ਹੈ ਕਿ ਜਿਹੜਾ ਪੱਥਰ ਹੈ ਉਹ ਹੀਰਾ ਬਣ ਜਾਂਦਾ ਹੈ, ਲਾਲ ਬਣ ਜਾਂਦਾ ਹੈ। ਲੱਕੜ ਜਿਹੜੀ ਹੈ ਉਹ ਸ਼੍ਰੀਖੰਡ ਨਾਰੀਅਲ ਫਲ ਬਣ ਜਾਂਦੀ ਹੈ। ਪਸ਼ੂ ਪ੍ਰੇਤ ਆਦਿਕ ਜਿਹੜੇ ਹਨ ਦੇਵਤਿਆਂ ਦੀ ਜੂਨੀ ਨੂੰ ਪ੍ਰਾਪਤ ਹੁੰਦੇ ਹੈ, ਪਰ ਕਦੋਂ? ਜਦੋਂ ਤੁਹਾਡੀ ਰਹਿਮਤ, ਤੁਹਾਡੀ ਕਿਰਪਾ ਹੁੰਦੀ ਹੈ। ਇੱਥੇ ਵੀ ਕਵੀ ਜੀ ਕਹਿ ਰਹੇ ਹਨ ਕਿ ਖਾਲਸਾ ਜੀ, ਜਿਹਦੇ ਉੱਤੇ ਵੀ ਗੁਰੂ ਨੇ ਆਪਣੀ ਕਿਰਪਾ ਕੀਤੀ ਹੈ, ਰਹਿਮਤ ਕਰਨਾ ਕੀਤੀ ਹੈ, ਸਤਿਗੁਰੂ ਨੇ ਕਿਰਪਾ ਕਰਦਿਆਂ ਹੀ ਉਹਨਾਂ ਦੀ ਜਨਮਾਂ ਜਨਮਾਂਤਰਾਂ ਦੀ ਮੈਲ, ਅਗਿਆਨ, ਅਵਿਦਿਆ ਨੂੰ ਦੂਰ ਕਰ ਦਿੱਤਾ ਹੈ। ਦਾਸ ਅਕਸਰ ਬੇਨਤੀ ਕਰਿਆ ਕਰਦਾ ਹੈ, ਗੁਰੂ ਪਰਮੇਸ਼ਰ ਬੇਅੰਤ ਹੈ, ਜੇ ਚਾਹਵੇ ਤਾਂ ਕੁਛ ਵੀ ਕਰ ਸਕਦੇ ਹਨ। ਇਹ ਗੁਰੂ ਦੀ ਅਜ਼ਮਤ ਹੈ। ਜੇ ਗੁਰੂ ਚਾਹਵੇ ਤਾਂ ਮਾਸ ਖੋਰੇ ਜਿਹੜੇ ਪਸ਼ੂ ਅਤੇ ਪੰਛੀ ਹਨ,
ਜਿਨ੍ਹਾਂ ਦੀ ਖੁਰਾਕ ਓਨਲੇ ਤੇ ਓਨਲੇ ਸਿਰਫ ਮਾਸ ਹੀ ਹੈ। ਜੇ ਵਾਹਿਗੁਰੂ ਚਾਹਵੇ, ਜੇ ਗੁਰੂ ਦੀ ਕਲਾ ਵਰਤੇ, ਤੇ ਮਾਸ ਖਾਣ ਵਾਲੇ ਦੁੱਧ ਪੀਣ ਵਾਸਤੇ ਤੇ ਘਾਹ ਖਾਣ ਵਾਸਤੇ ਤਿਆਰ ਹੋ ਜਾਂਦੇ ਹੈ। ਤੇ ਜੇ ਵਾਹਿਗੁਰੂ ਪਰਮਾਤਮਾ ਚਾਹਵੇ ਤੇ ਜਿਨ੍ਹਾਂ ਦਾ ਗੁਜ਼ਾਰਾ, ਜਿਨ੍ਹਾਂ ਦਾ ਰਿਜ਼ਕ ਦੁੱਧ ਦੇ ਉੱਤੇ ਹੈ, ਜਿਵੇਂ ਭੇਡ ਬੱਕਰੀਆਂ ਆਦਿਕ ਡੰਗਰ, ਜਿਨ੍ਹਾਂ ਨੇ ਘਾਹ ਪੱਠਾ ਖਾ ਕੇ ਆਪਣਾ ਗੁਜ਼ਾਰਾ ਕਰਨਾ ਹੈ, ਜੇ ਪਰਮੇਸ਼ਰ ਚਾਹਵੇ ਤੇ ਘਾਹ ਖਾਣ ਵਾਲਿਆਂ ਨੂੰ, ਦੁੱਧ ਪੀਣ ਵਾਲਿਆਂ ਨੂੰ ਮਾਸ ਖਾਣ ਦੇ ਉੱਤੇ ਲਗਾ ਸਕਦਾ ਹੈ। ਅਸੀਂ ਰੋਜ਼ ਹੀ ਬਚਨ ਪੜ੍ਹਦੇ ਹਾਂ, ਸਿੰਘਾਂ ਬਾਜਾਂ ਚਰਗਾਂ ਕੂਹੀਆਂ। ਸਿੰਘਾਂ ਨਾਮ ਹੈ ਸ਼ੇਰਾਂ ਦਾ, ਚਰਗਾਂ ਕੂਹੀਆਂ ਬਾਜਾਂ ਦੀਆਂ ਨਸਲਾਂ ਹਨ। ਸਿੰਘਾਂ ਬਾਜਾਂ ਚਰਗਾਂ ਕੂਹੀਆਂ, ਇਹਨਾਂ ਖਵਾਲੇ ਘਾਹ, ਘਾਹ ਖਾਣ ਤਿੰਨਾ ਮਾਸ ਖਵਾਲੇ, ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹ। ਜੇਤੇ ਜੀ ਜੀਵੈ ਲੈ ਸਾਹ, ਜਿਵਾਲੇ ਤਾਕੇ ਅਸਾਹ। ਨਾਨਕ ਜਿਉਂ ਜਿਉਂ ਸੱਚੇ ਭਾਵੈ, ਤਿਉਂ ਤਿਉਂ ਦੇ ਗਿਰਾਹ। ਇੱਥੇ ਵੀ ਕਵੀ ਜੀ ਕਹਿ ਰਹੇ ਹਨ, ਜੇ ਗੁਰੂ ਚਾਹਵੇ ਤੇ ਕੁਛ ਵੀ ਕਰ ਸਕਦੇ ਹੈ। ਮਾਧੋ ਦਾਸ ਬਰਾਗੀ ਜੰਤਰਾਂ ਮੰਤਰਾਂ 'ਚ ਜੀਵਨ ਬਤੀਤ ਕਰਨ ਵਾਲਾ, ਜਦੋਂ ਕਲਗੀਧਰ ਪਿਤਾ ਜੀ ਨੇ ਨੰਦੇੜ ਸਾਹਿਬ ਦੀ ਧਰਤੀ 'ਤੇ ਜਾ ਕੇ ਥਾਪੜਾ ਬਖਸ਼ਿਆ ਹੈ, ਤੇ ਉਹੀ ਮਾਧੋ ਦਾਸ ਬਰਾਗੀ ਜਿਹਨੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਜੰਤਰਾਂ ਮੰਤਰਾਂ ਰਿੱਧੀਆਂ ਸਿੱਧੀਆਂ 'ਤੇ ਬਤੀਤ ਕਰ ਦਿੱਤਾ ਸੀ, ਉਹੀ ਗੁਰੂ ਦੀ ਕਿਰਪਾ ਲੈ ਕੇ ਫਿਰ ਸੂਰਜ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛਾਡੈ ਖੇਤ। ਤੇ ਬੰਦ ਬੰਦ ਕਟਵਾ ਕੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਉਹਨਾਂ ਨੇ ਸ਼ਹਾਦਤ ਤੇ ਜਾਮ ਪ੍ਰਾਪਤ ਕਰਨਾ ਕੀਤਾ। ਫਿਰ ਬਾਬਾ ਬਚਿੱਤਰ ਸਿੰਘ ਜੀ ਵੇਖੋ, ਜਿਨ੍ਹਾਂ ਦਾ ਸਰੀਰ ਕੋਈ ਬਹੁਤਾ ਜ਼ਿਆਦਾ ਮੋਟਾ ਤਗੜਾ ਹਿਸ਼ਟ ਪੁਸ਼ਟ ਨਹੀਂ ਹੈ, ਆਮ ਦਰਮਿਆਨਾ ਜਿਹਾ ਆਪ ਜੀ ਦਾ ਕੱਦ ਕਾਠ ਹੈ। ਜਿਹੜੀ ਸੇਵਾ ਗੁਰੂ ਸਾਹਿਬ ਜੀ ਨੇ ਬਾਬਾ ਦੁਨੀ ਚੰਦ ਜੀ ਦੇ ਪਾਸੋਂ ਲੈਣੀ ਚਾਹੀਦੀ ਸੀ, ਦੁਨੀ ਚੰਦ ਡਰਦਾ ਹੋਇਆ ਕਿਲੇ ਤੋਂ ਛਾਲ ਮਾਰ ਕੇ ਰੱਸੀ ਦੇ ਦੁਆਰਾ ਟੱਪ ਕੇ ਆਪਣੇ ਘਰ ਨੂੰ ਚਲਿਆ ਗਿਆ ਹੈ। ਸਿੱਖਾਂ ਨੇ ਜਦੋਂ ਸਵੇਰੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, 10ਵੇਂ ਪਾਤਸ਼ਾਹ ਨੂੰ, ਵੀ ਮਹਾਰਾਜ ਜੀ ਪਰਸੋਂ ਖਬਰ ਮਿਲੀ ਸੀ ਵੀ ਕੇਸਰੀ ਚੰਦ ਆਪਣਾ ਹਾਥੀ ਖੂਨੀ ਤਿਆਰ ਕਰਕੇ ਤੇ ਲੋਹੇਗੜ੍ਹ ਦਾ ਕੀੜਾ ਤੋੜਨ ਵਾਸਤੇ 1.25 ਲੱਖ ਫੌਜ ਦੇ ਵਿੱਚ ਹਾਥੀ ਨੂੰ ਰੱਖ ਕੇ ਬੜੀ ਤਿਆਰੀ ਦੇ ਨਾਲ ਆ ਰਹੇ ਹਨ। ਆਲੇ ਦੁਆਲੇ 1.25 ਲੱਖ ਤੋਂ ਲੈ ਕੇ 1.5 ਲੱਖ ਦਾ ਲਸ਼ਕਰ ਹੈ। ਬਹੁਤਾ ਲਸ਼ਕਰ ਅੱਗੇ ਹੈ, ਸੱਜੇ ਖੱਬੇ ਤੇ ਪਿੱਛੇ ਹੈ। ਵਿੱਚ ਬੜੀ ਸੇਫਟੀ ਦੇ ਨਾਲ ਹਾਥੀ ਰੱਖਿਆ ਹੋਇਆ ਹੈ, ਜਿਹਦੇ ਮੱਥੇ ਦੇ ਉੱਤੇ ਹੇਠ ਉੱਤੇ 1 ਤੋਂ 2, 2 ਤੋਂ 3, 7 ਤਵੇ ਰੱਖੇ ਹੋਏ ਹਨ। ਪੂਰਾ ਸਰੀਰ ਜਿਹੜਾ ਹਾਥੀ ਦਾ ਹੈ ਉਹ ਲੋਹੇ ਦੀ ਚਾਦਰ ਦੇ ਨਾਲ ਮੜਿਆ ਹੋਇਆ ਹੈ, ਵੀ ਦੂਰ ਤੋਂ ਕੋਈ ਗੋਲੀ ਮਾਰ ਕੇ, ਤੀਰ ਮਾਰ ਕੇ ਦਾ ਘਾਣ ਨਾ ਕਰ ਦੇਵੇ। ਜਦੋਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕੀ ਹੋਇਆ? ਕਹਿਣ ਲੱਗੇ ਜੀ ਦੁਨੀ ਚੰਦ ਤੇ ਭੱਜ ਗਿਆ ਹੈ। ਤੇ ਗੁਰੂ ਸਾਹਿਬ ਜੀ ਨੇ ਬਾਬਾ ਬਚਿੱਤਰ ਸਿੰਘ ਜੀ ਨੂੰ ਥਾਪੜਾ ਦੇ ਕੇ ਕਹਿਣ ਲੱਗੇ, ਭਾਈ ਆ ਸਾਡਾ ਸ਼ੇਰ ਬੈਠਾ ਹੈ, ਇਹ ਸਾਹਮਣਾ ਕਰੇਗਾ, ਇਹ ਬੱਬਰ ਸ਼ੇਰ ਹੈ, ਹਾਥੀ ਦਾ ਜਬਾੜਾ ਉਖਾੜ ਕੇ ਰੱਖ ਦੇਵੇਗਾ, ਮੱਥਾ ਪਾੜ ਦੇਵੇਗਾ ਆਪਣੇ ਨੋਹਾਂ ਦੇ ਨਾਲ। ਤੇ ਗੁਰੂ ਸਾਹਿਬ ਜੀ ਨੇ ਆਪਣੇ ਹੱਥਾਂ ਦੇ ਨਾਲ ਉਸ ਵਕਤ ਦੀ, ਉਸ ਜ਼ਮਾਨੇ ਦੇ 17,000 ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤੀ ਹੋਈ ਨਾਗਣੀ, ਜਿਹਦਾ ਅੱਜ ਵੀ ਦਰਸ਼ਨ ਸਾਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੁੰਦਾ ਹੈ। ਲਾਹੌਰ ਤੋਂ ਬਣੀਆਂ ਹੋਈਆਂ 2 ਨਾਗਣੀਆਂ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਨਾਗਣੀ ਗੁਰੂ ਸਾਹਿਬ ਜੀ ਨੇ ਆਪਣੇ ਹੱਥਾਂ ਦੇ ਨਾਲ ਪਹਿਲਾਂ ਚੁੱਕ ਕੇ ਤੋਲੀ, ਫਿਰ ਥਾਪੜਾ ਦੇ ਕੇ ਬਾਬਾ ਬਚਿੱਤਰ ਸਿੰਘ ਨੂੰ ਦਿੱਤੀ ਹੈ। ਤੇ ਕਹਿਣ ਲੱਗੇ, ਜਾ ਸ਼ੇਰਾ ਤਗੜਾ ਹੋ ਤੇ ਜਾ ਕੇ ਸਾਹਮਣਾ ਹਾਥੀ ਦਾ ਟਾਕਰਾ ਕਰ। ਕਹਿੰਦਾ, ਮਹਾਰਾਜ ਇੱਕ ਵਾਰੀ ਦਿਖਾ ਦੇ ਦਿਓ ਕਿੱਥੇ ਗਾ ਰਿਹਾ। ਮਹਾਰਾਜ ਕਹਿੰਦੇ, ਕਿਲੇ 'ਤੇ ਚੜ੍ਹ ਜਾ, ਉਹ ਸਾਹਮਣੇ ਆ ਰਿਹਾ। ਬਾਬਾ ਬਚਿੱਤਰ ਸਿੰਘ ਜੀ ਜਦੋਂ ਹਾਥੀ ਨੂੰ ਵੇਖ ਕੇ ਥੱਲੇ ਉਤਰੇ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਕਹਿਣ ਲੱਗੇ, ਮਹਾਰਾਜ ਤੁਸੀਂ ਵੀ ਮਜ਼ਾਕ ਕਰ ਲੈਂਦੇ ਹੋ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਬਚਿੱਤਰ ਸਿੰਘ ਵੈਸੇ ਤੇ ਮਜ਼ਾਕ ਕਰਨ ਵਾਸਤੇ ਹੀ ਬਣੇ ਨੇ, ਪਰ ਅਸੀਂ ਤੇਰੇ ਨਾਲ ਕੋਈ ਮਜ਼ਾਕ ਨਹੀਂ ਕੀਤਾ, ਤੂੰ ਐਵੇਂ ਕਿਉਂ ਪੁੱਛਿਆ? ਕਹਿੰਦਾ, ਮਹਾਰਾਜ ਤੁਸੀਂ ਕਹਿ ਰਹੇ ਸੀ ਵੀ ਹਾਥੀ ਆ ਰਿਹਾ। ਤੇ ਮਹਾਰਾਜ ਕਹਿੰਦੇ, ਪਹਾੜਾਂ ਦੇ ਵਾਂਗ, ਪਹਾੜਾਂ ਜੱਡਾ ਕੱਦ ਕਾਠ ਉਹਦਾ, ਉਹ ਸਾਹਮਣੇ ਤੁਰਿਆ ਤੇ ਆ ਰਿਹਾ ਦੇਖ। ਕਹਿੰਦਾ, ਮਹਾਰਾਜ ਮੈਨੂੰ ਤਾਂ ਐਵੇਂ ਲੱਗਾ ਜਿਵੇਂ ਕਿਸੇ ਮੱਝ ਦਾ ਛੋਟਾ ਜਿਹਾ ਕੱਟਾ ਤੁਰਿਆ ਆ ਰਿਹਾ ਹੋਵੇ, ਹਾਥੀ ਤੇ ਮੈਨੂੰ ਲੱਗਾ ਹੀ ਨਹੀਂ, ਉਹ ਹਾਥੀ ਵਰਗਾ ਤਾਂ ਉਹਦਾ ਕੱਦ ਕਾਠ ਹੀ ਨਹੀਂ ਹੈਗਾ। ਜਿਹੜਾ ਬਾਬਾ ਬਚਿੱਤਰ ਸਿੰਘ ਪਹਿਲਾਂ ਸਰੀਰ ਆਮ ਇਨਸਾਨਾਂ ਵਰਗਾ ਹੈ, ਜਦੋਂ ਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਦਾ ਥਾਪੜਾ ਮਿਲਿਆ ਤੇ ਉਹਨੂੰ ਪਹਾੜਾਂ ਦੇ ਵੱਤ ਲੰਮਾ ਚੌੜਾ ਉੱਚਾ ਹਾਥੀ ਵੀ ਮੱਝ ਦੇ ਕਾਟੇ ਵਰਗਾ ਲੱਗਣ ਲੱਗ ਪਿਆ ਹੈ। ਇਹ ਹੈ ਗੁਰੂ ਦੀ ਕਿਰਪਾ, ਇਹ ਹੈ ਗੁਰੂ ਦੀ ਰਹਿਮਤ। ਸੋ ਗੁਰੂ ਚਾਵੇ ਤੋ ਹਸਤੋ ਜਾਏ, ਸੋ ਰੋਵਤ ਜਾ ਆਏ, ਰੋਵਤ ਜਾਏ ਸੋ ਹੱਸੈ।
ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਪਰਮੇਸ਼ਰ ਚਾਵੇ ਤੇ ਭਿਖਾਰੀ ਤੇ ਰਾਜ ਕਰਾਵੈ। ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਤ ਤੇ ਮੁਗਦਾਰੀ। ਸੋ ਕਵੀ ਜੀ ਕਹਿ ਰਹੇ ਹਨ ਸਾਧ ਸੰਗਤ ਜੀ, ਜਿਹਦੇ ਉੱਤੇ ਵੀ ਗੁਰੂ ਪਰਮੇਸ਼ਰ ਨੇ ਆਪਣੀ ਕਿਰਪਾ ਦਇਆ ਦ੍ਰਿਸ਼ਟੀ ਕੀਤੀ ਹੈ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੀ ਅਵਿਦਿਆ ਅਗਿਆਨ ਦੂਰ ਕਰ ਦੇਣਾ ਕੀਤੀ। ਦੁਹ ਲੋਕਣ ਕੀ ਲਹਿ ਵਡਿਆਈ, ਤਰੈ ਸੁਲੀਨ ਸੰਗ ਸਮਦਾਈ। ਸੋ ਜਿਹਦੇ ਉੱਤੇ ਗੁਰੂ ਕਿਰਪਾ ਕਰ ਦਿੰਦਾ ਹੈ, ਉਹਨੂੰ ਲੋਕ ਦੇ ਵੀ ਸੁੱਖ ਮਿਲਦੇ ਹੈ ਤੇ ਪਰਲੋਕ ਦੇ ਵੀ ਮਿਲਦੇ ਹੈ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਗੁਰੂ ਜਿਹਦੇ ਉੱਤੇ ਰਹਿਮਤ ਕਰਦਾ ਹੈ, ਉਹਨੂੰ ਲੋਕ ਦੇ ਵੀ ਸੁੱਖ ਦਿੰਦਾ ਹੈ ਤੇ ਪਰਲੋਕ ਦੇ ਵੀ। ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ, ਆਪ ਤੇ ਤਰਦੇ ਹੀ ਤਰਦੇ ਹੈ, ਆਪਣੇ ਨਾਲ ਸੰਗਤ ਕਰਨ ਵਾਲੇ ਸੰਗੀ ਸਾਥੀਆਂ ਨੂੰ ਵੀ ਤਾਰ ਦੇਣਾ ਕਰਦੇ ਹਨ। ਤਪ ਜਪ ਜੋਗ ਜਗ ਬ੍ਰਤ ਦਾਨੂ, ਗੁਰ ਸੇਵਾ ਕੇ ਹਵੈ ਨਸ ਮਾਨੂ। ਕਵੀ ਜੀ ਕਹਿੰਦੇ ਹਨ ਚੀਜ਼ਾਂ ਸਾਰੀਆਂ ਸਤਿਕਾਰਯੋਗ ਹੈ। ਤਪ ਵੀ, ਜਪ ਵੀ, ਜੋਗ ਵੀ, ਜਗ ਵੀ, ਦਾਨ ਵੀ, ਸਭ ਕੁਛ ਸਭ ਪੋਜ਼ਿਟਿਵ ਹਨ, ਚੰਗੀਆਂ ਚੀਜ਼ਾਂ ਹਨ। ਤਪ ਕਰਨਾ, ਜਪ ਕਰਨਾ, ਸੇਵਾ ਸਿਮਰਨ, ਦਾਨ ਕਰਨਾ, ਪਰਉਪਕਾਰੀ ਜੀਵਨ ਹੋਣਾ। ਕਵੀ ਜੀ ਕਹਿੰਦੇ ਸਭ ਇਹ ਪੋਜ਼ਿਟਿਵ ਗੁਣ ਹੈ। ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਅੰਦਰ ਇਹ ਚੀਜ਼ਾਂ ਵਸ ਜਾਣ। ਹਰ ਇੱਕ ਦੇ ਕੋਲ ਜਪ ਵੀ ਹੋਵੇ, ਤਪ ਵੀ ਹੋਵੇ, ਸਿਮਰਨ ਵੀ ਹੋਵੇ, ਪਰਉਪਕਾਰ ਵੀ ਹੋਵੇ, ਦਾਨ ਵੀ ਹੋਵੇ, ਪਰਉਪਕਾਰ ਬਿਰਤੀ ਵੀ ਹੋਵੇ। ਪਰ ਕਵੀ ਜੀ ਕਹਿੰਦੇ ਸਾਰੀਆਂ ਚੀਜ਼ਾਂ ਮਿਲ ਕੇ ਗੁਰੂ ਸੇਵਾ ਦੀ ਬਰੋਬਰੀ ਨਹੀਂ ਕਰ ਸਕਦੀਆਂ। ਜੇ ਜਪ, ਤਪ, ਪਰਉਪਕਾਰ, ਦਾਨ ਆਦਿਕ ਇਹ ਸਾਰੀਆਂ ਚੀਜ਼ਾਂ ਮਿਲ ਕੇ ਕਹਿਣ ਵੀ ਅਸੀਂ ਗੁਰੂ ਸੇਵਾ ਤੋਂ ਵੱਡੀਆਂ ਹਾਂ, ਤੇ ਕਵੀ ਜੀ ਕਹਿੰਦੇ ਨਹੀਂ। ਗੁਰ ਸੇਵਾ ਤੇ ਸੁਖ ਊਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਸੋ ਗੁਰੂ ਸੇਵਾ ਉੱਤਮ ਤੇ ਮਹਾਨ ਮੰਨੀ ਜਾਂਦੀ ਹੈ। ਜਿਨ ਕੇ ਵੱਡੇ ਭਾਗ ਜਗ ਜਾਗੇ, ਸੋ ਸਤਿਗੁਰ ਕੀ ਸੇਵਾ ਲਾਗੇ। ਸੋ ਕਵੀ ਜੀ ਕਹਿੰਦੇ ਜਿਨ੍ਹਾਂ ਦੇ ਕਰਮ ਜਾਗੇ ਹੈ, ਕਾਹੂ ਜੁਗਤ ਕਿਤੇ ਨਾ ਪਾਈਏ ਧਰਮ। ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ। ਆਪਣੇ ਆਪ ਧਰਮ ਕਰਮ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੇ। ਇਹ ਧੁਰ ਦਰਗਾਹ ਤੋਂ ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਪਰਮਾਤਮਾ ਨੇ ਧਰਮ ਕਮਾਉਣ ਦੇ ਲੇਖ ਲਿਖੇ ਹਨ, ਭਾਈ ਉਹੀ ਤਗੜੇ ਹੋ ਕੇ ਸੇਵਾ ਸਿਮਰਨ ਦੇ ਵਿੱਚ ਆਪਣਾ ਚਿੱਤ ਜੋੜਨਾ ਕਰਦੇ ਹਨ। ਇਸ ਪ੍ਰਕਾਰ ਗੁਰ ਕੋ ਜਸ ਫੈਲਾ, ਸੁਣ ਸੁਣ ਆਏ ਦਰਸ਼ ਹਿਤ ਗੈਲਾ। ਸੋ ਕਵੀ ਜੀ ਕਹਿੰਦੇ ਹਨ ਵੀ ਇਸ ਪ੍ਰਕਾਰ ਗੁਰੂ ਦੀ ਵਡਿਆਈ ਜਿਹੜੀ ਹੈ ਚਾਰ ਦਿਸ਼ਾਵਾਂ ਦੇ ਵਿੱਚ ਪ੍ਰਗਟ ਹੋ ਗਈ ਹੈ। ਗੁਰੂ ਸਾਹਿਬ ਦਾ ਜਸ ਨਾਮ ਸੁਣ ਕੇ ਦੂਰ ਦੁਰਾੜੇ ਤੋਂ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਆਉਣਾ ਕਰਦੀ ਹੈ। ਲੋਕ ਅਨੇਕ ਕਾਮਨਾ ਧਾਰੈ, ਸਭ ਪਾਵਤ ਜਬ ਰੂਪ ਨਿਹਾਰੈ। ਕਵੀ ਜੀ ਕਹਿੰਦੇ ਜਿਵੇਂ ਜਿਵੇਂ ਦੀ ਆਸਾ ਮਨਸਾ ਰੱਖ ਕੇ ਕੋਈ ਗੁਰੂ ਅਮਰਦਾਸ ਜੀ ਦੇ ਕੋਲ ਪਹੁੰਚਦਾ ਹੈ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦਿਆਂ ਵੈਸੇ ਵੈਸੇ ਹੀ ਮਨੋਕਾਮਨਾ ਸਭ ਦੀ ਪੂਰਨ ਹੋ ਜਾਣਾ ਕਰਦੀ ਹੈ। ਗ੍ਰਾਮ ਪੁਰਨ ਕੇ ਲੋਕ ਕਨੇਰੇ, ਆਵਤ ਦਰਸ਼ੈ ਭਾਗ ਵਡੇਰੇ। ਕਵੀ ਜੀ ਕਹਿੰਦੇ ਜਿਨ੍ਹਾਂ ਦੇ ਭਾਗ ਵੱਡੇ ਹਨ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਪ੍ਰਮ ਚੋਟਾ ਖਾਵੇ। ਜਿਨ੍ਹਾਂ ਦੇ ਭਾਗ ਚੰਗੇ ਹੈ, ਚੰਗੀ ਜਿਨ੍ਹਾਂ ਦੀ ਕਿਸਮਤ ਹੈ, ਉਹ ਪਿੰਡਾਂ ਤੋਂ ਤੇ ਵੱਡੇ ਸ਼ਹਿਰਾਂ ਤੋਂ ਆਣ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨਾ ਕਰਦੇ ਹਨ। ਲੱਗੈ ਦੀਵਾਨ ਮਹਾਨ ਹਮੇਸ਼ੂ, ਸੰਗਤ ਨਿਤ ਪ੍ਰਤ ਆਏ ਵਸ਼ੇਸੂ। ਕਵੀ ਜੀ ਕਹਿੰਦੇ ਹੈ ਕਿ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਦੋਨੋਂ ਟਾਈਮ ਗੋਇੰਦਵਾਲ ਸਾਹਿਬ ਵਿਖੇ ਸਵੇਰੇ ਤੇ ਸ਼ਾਮ ਦੀਵਾਨ ਸਜਦਾ ਹੈ। ਸੰਗਤ ਦੂਰ ਦੁਰਾੜੇ ਤੋਂ ਆਣ ਕੇ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਭਰਨਾ ਕਰਦੀ ਹੈ। ਉੱਤਮ ਬ੍ਰਿੰਦ ਉਪਾਇਣ ਲਿਆਵੈ, ਅੰਗੀਕਾਰ ਨ ਹੋਏ ਹਟਾਵੈ। ਸੰਗਤ ਆਪਣੇ ਵੱਲੋਂ ਬੜੀਆਂ ਬੇਸ਼ਕੀਮਤੀ ਭੇਟਾਵਾਂ, ਨਜ਼ਰਾਨੇ, ਅਕੋਰਾਂ ਲੈ ਕੇ ਗੁਰੂ ਅਮਰਦਾਸ ਜੀ ਦੇ ਵਾਸਤੇ ਲੈ ਕੇ ਆਉਂਦੀ ਹੈ। ਪਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਸੰਗਤਾਂ ਵੱਲੋਂ ਦਿੱਤੀਆਂ ਹੋਈਆਂ ਜਿਹੜੀਆਂ ਕੀਮਤੀ ਭੇਟਾਵਾਂ ਸੁਗਾਤਾਂ ਹਨ, ਉਹ ਸਾਰੀਆਂ ਕਬੂਲ ਕਰਨਾ ਨਹੀਂ ਕਰਦੇ। ਜੇ ਤੱਕ ਦੇਗ ਬਿਖੈ ਲੱਗ ਜਾਏ,
ਗ੍ਰਹਿਣ ਕਰੇ ਸੋ ਨਰ ਗਨ ਖਾਏ। ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਹੋਇਆ ਹੈ ਵੀ ਭਾਈ ਸੰਗਤਾਂ ਦੇ ਕੋਲੋਂ ਚੜਾਵਾ ਤੇ ਭੇਟਾ ਉਨੀ ਕੁ ਹੀ ਕਬੂਲ ਕਰਨੀ ਹੈ ਜਿੰਨੀ ਕੁ ਸਵੇਰ ਤੋਂ ਲੈ ਕੇ ਰਾਤ ਤੱਕ ਖਰਚ ਦੇ ਵਿੱਚ ਆ ਜਾਵੇ। ਇਸ ਤੋਂ ਇਲਾਵਾ ਜਿੰਨੀ ਭੇਟਾਵਾ ਹੈ ਸਾਰੀ ਵਾਪਸ ਕਰ ਦੇਣਾ ਕਰੋ। ਲੰਗਰ ਚਲੈ ਅਤੋਟ ਵਿਸਾਲਾ ਹੋਵਣ ਲੱਗੈ ਪ੍ਰਾਤ ਹੀ ਕਾਲਾ। ਕਵੀ ਜੀ ਕਹਿੰਦੇ ਗੁਰੂ ਦੇ ਹੁਕਮ ਦੇ ਨਾਲ ਅੰਮ੍ਰਿਤ ਵੇਲੇ ਮਤਲਬ ਸਵੇਰ ਤੋਂ ਹੀ ਗੁਰੂ ਦਾ ਲੰਗਰ ਜਿਹੜਾ ਹੈ ਉਹ ਤਿਆਰ ਹੋਣ ਲੱਗ ਪੈਂਦਾ ਹੈ। ਸਬਜੀ ਭਾਜੀ ਦਾਲਾਂ ਪ੍ਰਸ਼ਾਦੇ ਜੋ ਕੁਛ ਵੀ ਪਕਵਾਨ ਲੰਗਰ 'ਚ ਵਰਤਣਾ ਹੈ ਉਹ ਸਵੇਰੇ ਬੜੀ ਛੇਤੀ ਦੇ ਨਾਲ ਹੀ ਗੁਰੂ ਦੇ ਹੁਕਮ ਦੇ ਨਾਲ ਲੰਗਰੀ ਸਿੰਘ ਤਿਆਰ ਕਰ ਦੇਣਾ ਕਰਦੇ ਹਨ। ਜਬੈ ਦਿਓਸ ਆਵੈ ਮਧਿਆਨ ਤਬ ਸਤਿਗੁਰ ਪਹੁੰਚੈ ਹਿਤ ਖਾਨ। ਸੋ ਇੱਧਰ ਲੰਗਰ ਗੁਰੂ ਦੀ ਕਿਰਪਾ ਦੇ ਨਾਲ ਤਿਆਰ ਹੋ ਜਾਂਦਾ ਹੈ। ਦੀਵਾਨ ਦੀ ਸਮਾਪਤੀ ਹੁੰਦੀ ਹੈ ਅਤੇ ਲੰਗਰੀ ਸਿੰਘ ਦੁਪਹਿਰ ਦੇ ਵੇਲੇ ਆਣ ਕੇ ਭਰੇ ਦੀਵਾਨ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕਰਦਾ ਹੈ, ਸਤਿਗੁਰੂ ਤੁਹਾਡੀ ਬਖਸ਼ਿਸ਼ ਦੇ ਨਾਲ ਲੰਗਰ ਤਿਆਰ ਹੈ, ਤੁਸੀਂ ਸੰਗਤ ਦੇ ਨਾਲ ਜਾ ਕੇ ਲੰਗਰ ਛਕ ਲੈਣਾ ਕਰੋ। ਅਚੈ ਓਗਰਾ ਹੋਏ ਅਲੂਨਾ ਸੋ ਪੀ ਤਣਕ ਉਦਰ ਰਹਿ ਊਨਾ। ਸਤਿਗੁਰੂ ਜੀ ਉਸ ਵਕਤ ਲਾਂਗਰੇ ਦੀ ਬੇਨਤੀ ਪ੍ਰਵਾਨ ਕਰਕੇ ਸੰਗਤ ਨੂੰ ਨਾਲ ਲੈ ਕਰਕੇ ਲੰਗਰ ਵਿਖੇ ਜਾਂਦੇ ਹਨ। ਕਵੀ ਜੀ ਕਹਿੰਦੇ ਸਾਰੇ ਸੰਗਤ ਜਾ ਕੇ ਆਪਣੀ ਆਪਣੀ ਜਗ੍ਹਾ ਤੇ ਪੰਕਤੀਆਂ ਦੇ ਵਿੱਚ ਸੱਜ ਜਾਂਦੀ ਹੈ। ਜਿੰਨੀਆਂ ਪੰਕਤੀਆਂ ਲੱਗੀਆਂ ਸਾਰੇ ਆਪਣੇ ਆਪਣੇ ਟਾਟਾਂ ਦੇ ਉੱਤੇ ਬੈਠ ਗਏ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵੱਖਰੀ ਦਸਾਈ ਹੋਈ ਚੌਂਕੀ ਦੇ ਉੱਤੇ ਬੈਠਦੇ ਹੈ। ਇੰਨੇ ਨੂੰ ਲਾਂਗਰੀ ਸਿੰਘ ਇੱਕ ਸੁੰਦਰ ਥਾਲ ਦੇ ਅੰਦਰ ਜਿਹਦੇ ਉੱਤੇ ਬਸਤਰ ਵੀ ਰੱਖਿਆ ਹੋਇਆ ਹੈ, ਬਸਤਰ ਦੇ ਥੱਲੇ ਲਪੇਟ ਕਰਕੇ ਬੜੀ ਛੇਤੀ ਦੇ ਨਾਲ ਸੁਆਦਲਾ ਇੱਕ ਓਗਰੇ ਦਾ ਥਾਲ ਗੁਰੂ ਸਾਹਿਬ ਜੀ ਦੇ ਵਾਸਤੇ ਲੈ ਕੇ ਆਉਣਾ ਕਰਦੇ ਹਨ। ਸੰਗਤ ਖਟ ਰਸ ਖਾਏ ਆਹਾਰਾ ਮਦਰ ਤੁਰਸ਼ ਜੇ ਅਣਕ ਪ੍ਰਕਾਰਾ। ਗੁਰੂ ਅਮਰਦਾਸ ਜੀ ਦੇ ਸਾਹਮਣੇ ਓਗਰਾ ਰੱਖਿਆ ਜਾਂਦਾ ਹੈ। ਸਤਿਗੁਰੂ ਜੀ ਸਤ ਕਰਤਾਰ ਵਾਹਿਗੁਰੂ ਕਹਿ ਕੇ ਓਗਰਾ ਹੀ ਛਕਦੇ ਹੈ। ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ ਵੀ ਕੁਛ ਅਨਾਜ ਜਿਹੜੇ ਬਿਨਾਂ ਲੂਣ ਮਿਰਚ ਤੋਂ ਪਾਣੀ ਦੇ ਅੰਦਰ ਉਬਾਲੇ ਜਾਂਦੇ ਹੈ ਤੇ ਗੁਰੂ ਸਾਹਿਬ ਜੀ ਬਿਨਾਂ ਲੂਣ ਮਿਰਚ ਤੋਂ ਉਬਾਲ ਕੇ ਹੀ ਛਕਿਆ ਕਰਦੇ ਸਨ ਤੇ ਛਕਦੇ ਵੀ ਗੁਰੂ ਸਾਹਿਬ ਜੀ ਭੁੱਖ ਰੱਖ ਕੇ ਸੀ। 8 ਪਹਿਰਾ ਛਕਦੇ ਸਨ ਇੱਕੋ ਟਾਈਮ। ਸਵੇਰੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਦੁਪਹਿਰ ਵੇਲੇ ਗੁਰੂ ਸਾਹਿਬ ਜੀ 8 ਪਹਿਰਾ ਓਗਰਾ ਸੰਗਤ ਦੇ ਨਾਲ ਜਾ ਕੇ ਲੰਗਰ 'ਚ ਛਕਿਆ ਕਰਦੇ ਸਨ। ਤੇ ਕਵੀ ਜੀ ਕਹਿੰਦੇ ਉਹ ਵੀ ਜਿਹੜਾ ਓਗਰਾ ਛਕਦੇ ਹੈ ਗੁਰੂ ਸਾਹਿਬ ਜੀ ਭੁੱਖ ਰੱਖ ਕੇ ਛਕਿਆ ਕਰਦੇ ਸਨ। ਮਤਲਬ ਪੂਰਨ ਤੌਰ 'ਤੇ ਐਨ ਗਲੇ ਤੱਕ ਭਰ ਕੇ ਨਹੀਂ। ਜਿਵੇਂ 4 ਪ੍ਰਸ਼ਾਦਿਆਂ ਦੀ ਜ਼ਰੂਰਤ ਹੈ ਤੇ 3 ਪ੍ਰਸ਼ਾਦੇ ਹੀ ਛਕਣੇ। ਥੋੜ੍ਹੀ ਜਿਹੀ ਭੁੱਖ ਰੱਖ ਕੇ ਗੁਰੂ ਸਾਹਿਬ ਜੀ ਓਗਰਾ ਛਕਦੇ ਹੈ। ਫਿਰ ਲਾਂਗਰੇ ਨੂੰ ਕਹਿੰਦੇ ਹਨ ਭਾਈ ਸੰਗਤ ਨੂੰ ਪੰਗਤਾਂ ਦੇ ਅੰਦਰ ਬਿਠਾ ਕਰਕੇ ਭਾਂਤ ਭਾਂਤ ਦੀ ਜਿਹੜੀ ਰਸੋਈ ਤਿਆਰ ਕੀਤੀ ਗਈ ਹੈ, ਜਿਹੜੇ ਪਕਵਾਨ ਤਿਆਰ ਕੀਤੇ ਗਏ ਹਨ ਉਹ ਗੁਰੂ ਗੁਰੂ ਜਪਦਿਆਂ ਹੋਇਆਂ ਸੰਗਤ ਦੇ ਵਿੱਚ ਵਰਤਾ ਦੇਣਾ ਕਰੋ। ਤਬ ਤੇ ਲੰਗਰ ਵਰਤਤ ਰਹੈ ਆਣ ਅਚਹਿ ਭੋਜਨ ਜੋ ਚਾਹੈ। ਕਵੀ ਜੀ ਕਹਿੰਦੇ ਗੁਰੂ ਦੇ ਹੁਕਮ ਦੇ ਨਾਲ ਲੰਗਰ 'ਚ 6 ਰਸ ਜਿਹੜੇ ਹਨ ਉਹ ਵਰਤਦੇ ਹਨ। 6 ਰਸ ਦੇ ਵਿੱਚ ਜਿਵੇਂ ਕੌੜਾ, ਮਿੱਠਾ, ਸਲੂਣਾ, ਖੱਟਾ, ਚਟਪਟਾ, ਇਹ 6 ਰਸ ਜਿਹੜੇ ਮੰਨੇ ਜਾਂਦੇ ਹਨ। 6 ਰਸਾਂ ਦੇ ਸੰਯੁਗਤ 36 ਪ੍ਰਕਾਰ ਦੇ ਪਕਵਾਨ ਤਿਆਰ ਹੋਣੇ। ਨਿਤ ਰਸੋਈ ਤੇਰੀਏ ਘਿਓ ਮੈਦਾ ਖਾਣ ਆਪਾਂ ਬਾਣੀ 'ਚ ਪੜ੍ਹਦੇ ਹਾਂ। ਤੇ 4 ਪ੍ਰਕਾਰ ਦਾ ਭੋਜਨ ਜਿਹੜਾ ਹੈ ਉਹ ਤਿਆਰ ਕਰਕੇ ਸਾਹਮਣੇ ਰੱਖਿਆ ਜਾਂਦਾ ਹੈ, ਜਿਹਦੇ ਵਿੱਚ ਭੱਖ, ਭੋਜ, ਲਹਿਜ ਅਤੇ ਚੋਸਾ। ਭੱਖ ਕਿਹਾ ਜਾਂਦਾ ਹੈ ਜਿਹੜੀ ਚੀਜ਼ ਚਿੱਤ ਕੇ ਖਾਧੀ ਜਾਵੇ, ਜਿਵੇਂ ਪ੍ਰਸ਼ਾਦਾ, ਚਾਵਲ, ਇਹ ਮੂੰਹ 'ਚ ਪਾ ਕੇ ਚਿੱਥਣੇ ਪੈਂਦੇ ਹੈ। ਤੇ ਭੋਜ ਕਿਹਾ ਜਾਂਦਾ ਹੈ ਜਿਹੜੀਆਂ ਚੀਜ਼ਾਂ ਚੱਬਣ ਵਾਲੀਆਂ, ਜਿਵੇਂ ਦਾਲਾਂ, ਮੱਕੀ ਦੇ ਦਾਣੇ, ਇਹ ਚੱਬ ਕੇ ਖਾਧੇ ਜਾਂਦੇ ਹੈ। ਰੋਟੀ ਚਿੱਥ ਕੇ ਖਾਧੀ ਜਾਂਦੀ ਹੈ। ਦਾਣੇ ਆਦਿਕ ਜਿਹੜੇ ਹਨ ਮੱਕੀ ਦੇ ਜਾਂ ਛੋਲਿਆਂ ਦੇ ਦਾਣੇ ਭੁੱਜੇ ਉਹ ਚੱਬ ਕੇ ਖਾਧੇ ਜਾਂਦੇ ਹੈ। ਲੋਹਜ ਅਰਸ ਚੋਸਾ, ਲੋਹਜ ਕਿਹਾ ਜਾਂਦਾ ਉਹ ਪਦਾਰਥ ਜਿਹੜਾ ਡੀਕ ਲਗਾ ਕੇ ਪੀ ਲਿਆ ਜਾਵੇ, ਜਿਹਦੇ ਵਾਸਤੇ ਨਾ ਚਿੱਥਣ ਦੀ ਲੋੜ ਹੈ ਨਾ ਚੱਬਣ ਦੀ ਲੋੜ। ਉਦਾਹਰਨ ਦੇ ਤੌਰ 'ਤੇ ਦੁੱਧ, ਪਾਣੀ, ਦਹੀਂ, ਜੂਸ, ਇਹ ਸਾਰੀਆਂ ਚੀਜ਼ਾਂ ਲਹਿਜ ਦੇ ਵਿੱਚ ਆ ਜਾਂਦੀਆਂ ਹੈ ਜਿਹੜੀਆਂ ਡੀਕ ਲਗਾ ਕੇ ਪੀ ਲਈਦੀਆਂ ਹੈ। ਚੋਸਾ ਕਿਹਾ ਜਾਂਦਾ ਹੈ ਜਿਹੜੀ ਚੀਜ਼ ਚੂਸ ਕੇ ਖਾਧੀ ਜਾਵੇ, ਜਿਵੇਂ ਅੰਬ, ਸੰਤਰਾ ਆਦਿਕ
ਸੋ ਕਵੀ ਜੀ ਕਹਿੰਦੇ ਹੈ ਕਿ ਗੁਰੂ ਦੇ ਹੁਕਮ ਦੇ ਨਾਲ ਹਰ ਇੱਕ ਪ੍ਰਕਾਰ ਦੇ ਰਸ ਵਾਲਾ ਪਕਵਾਨ ਭੋਜਨ ਪ੍ਰਸ਼ਾਦਾ ਗੁਰੂ ਕੇ ਲੰਗਰ 'ਚ ਤਿਆਰ ਹੁੰਦਾ ਹੈ। ਪਹਿਲਾਂ ਗੁਰੂ ਸਾਹਿਬ ਜੀ ਓਗਰਾ ਛਕ ਲੈਂਦੇ ਹਨ, ਫਿਰ ਲੰਗਰੇ ਨੂੰ ਕਹਿੰਦੇ ਹਨ ਭਾਈ ਜਿੰਨਾ ਵੀ ਤੁਸੀਂ ਪ੍ਰਸ਼ਾਦ ਪਾਣੀ ਪਕਵਾਨ ਤਿਆਰ ਕੀਤਾ ਹੈ ਉਹ ਬੜੇ ਪਿਆਰ ਦੇ ਨਾਲ ਸੰਗਤ ਦੇ ਵਿੱਚ ਵਰਤਾ ਦੇਵੋ। ਸੰਗਤ ਦੇ ਵਿੱਚ ਵਰਤਾਇਆ ਜਾਂਦਾ ਹੈ। ਗੁਰੂ ਸਾਹਿਬ ਜੀ ਉੱਠ ਕਰਕੇ ਆਪਣੇ ਆਸਣ 'ਤੇ ਚਲੇ ਜਾਂਦੇ ਹਨ। ਉਸ ਤੋਂ ਬਾਅਦ ਜਿਹੜੇ ਵਰਤਾਉਣ ਵਾਲੇ ਵਰਤਾਵੇ ਹਨ ਲੰਗਰੀ ਸਿੰਘ ਹਨ, ਦੁਪਹਿਰ ਤੋਂ ਲੈ ਕੇ ਰਾਤ ਤੱਕ ਪ੍ਰਸ਼ਾਦਾ ਬਿਨਾਂ ਰੁਕਿਆ ਸੰਗਤ ਦੇ ਵਿੱਚ ਵਰਤਾਉਣਾ ਕਰਦੇ ਹਨ। ਨੈ ਕਿਸਹੂ ਹਟ ਕਾਰਨ ਹੋਏ, ਦੇਸ਼ ਵਿਦੇਸ਼ੀ ਲਹੈ ਸਭ ਕੋਏ। ਕਵੀ ਜੀ ਕਹਿੰਦੇ ਹਨ ਵੀ ਲਾਂਗਰੀ ਵਰਤਾਉਣ ਵਾਲੇ ਵਰਤਾਵੇ ਜਦੋਂ ਪ੍ਰਸ਼ਾਦ ਵਰਤਾਉਂਦੇ ਹਨ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਦੇ, ਕਿਸੇ ਨੂੰ ਹਟਕਾਉਂਦੇ ਨਹੀਂ। ਰਹਿਤਨਾਮਿਆਂ ਦੇ ਵਿੱਚ ਬਚਨ ਹੈ ਜਿਹਨੇ ਪ੍ਰਸ਼ਾਦ ਵਰਤਾਉਣਾ ਹੈ, ਭਾਵੇਂ ਉਹ ਕੜਾ ਪ੍ਰਸ਼ਾਦ ਹੈ ਤੇ ਭਾਵੇਂ ਗੁਰੂ ਕਾ ਲੰਗਰ ਹੈ, ਉਹਦੇ ਪਰਥਾਏ ਬਚਨ ਆਉਂਦੇ ਹੈ। ਰਹਿਤਨਾਮਿਆਂ 'ਚ ਭਾਈ ਤਨਖਾ ਆਨੰਦ ਲਾਲ ਜੀ ਲਿਖਦੇ ਹਨ, ਕਹਿੰਦੇ ਜੋ ਪ੍ਰਸ਼ਾਦ ਕੋ ਬਾਂਟਈ ਮਨ ਮੈਂ ਧਾਰੈ ਲੋਭ, ਕਿਸੈ ਥੋੜਾ ਕਿਸੈ ਅਗਲਾ ਸਦਾ ਰਹਿ ਤਿਸ ਸੋਗ। ਜੋ ਪ੍ਰਸ਼ਾਦ ਨੂੰ ਵਰਤਾਉਣ ਲੱਗਿਆਂ ਕਿਸੇ ਨੂੰ ਹੱਥ ਖੁੱਲ੍ਹਾ ਕਰਕੇ ਦੇ ਦੇਣਾ, ਕਿਸੇ ਨੂੰ ਹੱਥ ਸੰਕੋਚ ਕੇ ਦੇ ਦੇਣਾ, ਕਿਸੇ ਨੂੰ ਗੱਫਾ ਥੋੜ੍ਹਾ ਦੇਣਾ, ਕਿਸੇ ਨੂੰ ਜ਼ਿਆਦਾ ਦੇ ਦੇਣਾ। ਕੋਈ ਆਪਣਾ ਪੰਗਤ 'ਚ ਬੈਠਿਆ ਹੈ ਤੇ ਉਹਨੂੰ ਵਧੀਆ ਪ੍ਰਸ਼ਾਦਾ ਲਿਆ ਕੇ ਅੱਗੇ ਰੱਖ ਦੇਣਾ, ਦੂਜੇ ਨੂੰ ਸੁੱਕਾ ਰੱਖ ਦੇਣਾ। ਕਹਿੰਦਾ ਜਿਹੜਾ ਇਹ ਬਿਰਤੀ ਨੂੰ ਧਾਰਨ ਕਰਕੇ ਗੁਰੂ ਕਾ ਲੰਗਰ ਜਾਂ ਪ੍ਰਸ਼ਾਦ ਵਰਤਾਉਂਦੇ ਨੇ, ਕਿਸੇ ਨੂੰ ਥੋੜ੍ਹਾ ਕਿਸੇ ਨੂੰ ਜ਼ਿਆਦਾ, ਕਿਸੇ ਨੂੰ ਕੁਛ ਕਿਸੇ ਨੂੰ ਚੋਪੜਿਆ ਹੋਇਆ, ਕਹਿਣ ਲੱਗੇ ਐਸੇ ਵਰਤਾਵੇ ਭਾਈ ਨੰਦ ਲਾਲ ਜੀ ਕਹਿਣ ਲੱਗੇ ਕਦੇ ਖੁਸ਼ ਨਹੀਂ ਰਹਿ ਸਕਦੇ, ਸਦਾ ਰਹਿ ਤਿਸ ਸੋਗ। ਉਹਨਾਂ ਦਾ ਮਨ ਹਮੇਸ਼ਾ ਕਲੇਸ਼ ਦੇ ਨਾਲ, ਕਾਲ ਦੇ ਨਾਲ, ਖਿੱਚ ਦੇ ਨਾਲ ਭਰਿਆ ਹੀ ਰਹਿੰਦਾ ਹੈ। ਸੋ ਕਵੀ ਜੀ ਕਹਿੰਦੇ ਹੈ ਵੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਵੀ ਭਾਈ ਲੰਗਰ 'ਚ ਕੋਈ ਵੀ ਆ ਜਾਵੇ, ਦੇਸ਼ ਵਿਦੇਸ਼ੀ ਲਹਿ ਸਭ ਕੋਏ। ਦੇਸ਼ ਦਾ ਮਤਲਬ ਹੈ ਜਿਹੜੇ ਪੰਜਾਬ ਦੇ ਹੀ ਰਹਿਣ ਵਾਲੇ ਹਨ, ਵਿਦੇਸ਼ ਦਾ ਮਤਲਬ ਹੈ ਪੰਜਾਬ ਤੋਂ ਬਗੈਰ ਹੋਰ ਇਲਾਕਿਆਂ ਤੋਂ ਆਉਣ ਵਾਲੇ। ਗੁਰੂ ਸਾਹਿਬ ਜੀ ਨੇ ਕਿਹਾ ਭਾਵੇਂ ਕੋਈ ਦੇਸੀ ਹੋਵੇ ਭਾਵੇਂ ਵਿਦੇਸੀ ਹੋਵੇ, ਤੁਸੀਂ ਕਿਸੇ ਨੂੰ ਮੋੜਨਾ ਨਹੀਂ ਹੈ, ਕਿਸੇ ਨੂੰ ਹਟਾਉਣਾ ਨਹੀਂ ਹੈ। ਇੱਕ ਸਾਰ ਗੁਰੂ ਕਾ ਪ੍ਰਸ਼ਾਦ ਸਾਰਿਆਂ ਦੇ ਵਿੱਚ ਵਰਤਾਉਣਾ ਕਰੋ। ਜਹ ਕਹਿ ਸੋ ਜਸ ਵਿਸਾਲ ਪ੍ਰਕਾਸ਼ਾ, ਸਿੱਖਿਆਨ ਮਨ ਮੈਂ ਹੋਤ ਹੁਲਾਸਾ। ਸੋ ਇਸ ਪ੍ਰਕਾਰ ਧੰਨ ਸ਼੍ਰੀ ਗੁਰੂ ਅਮਰਦਾਸ ਕਿਰਪਾਲੂ ਦਾਤਾ ਜੀ ਦਾ ਜਿੱਥੇ ਤੇ ਕਿੱਥੇ ਜਸ ਵਡਿਆਈ ਪ੍ਰਤਾਪ ਹਰ ਇੱਕ ਜਗ੍ਹਾ ਤੇ ਫੈਲ ਗਿਆ ਹੈ। ਸਿੱਖ ਸੰਗਤਾਂ ਦੇ ਮਨ ਦੇ ਵਿੱਚ ਗੁਰੂ ਅਮਰਦਾਸ ਦੀ ਵੱਡੀ ਮਹਿਮਾ ਜਾਣੀ ਜਾਂਦੀ ਹੈ। ਸ਼੍ਰੀ ਅੰਗਦ ਕੋ ਸੁਤ ਸੁਣ ਕਰ ਕੈ, ਜਰੈ ਨਹੀਂ ਜਾਵਤ ਜਰ ਬਰ ਕੈ। ਇੱਧਰ ਕਵੀ ਜੀ ਕੀ ਕਹਿੰਦੇ ਹਨ ਵੀ ਖਡੂਰ ਸਾਹਿਬ ਜੀ ਦੇ ਅੰਦਰ ਸਾਧ ਸੰਗਤ ਜੀ ਕਹਿਣ ਲੱਗੇ ਨਾਲ ਕਥਾ ਸੁਣੋ ਕਿ ਗੁਰੂ ਅਮਰਦਾਸ ਦੀ ਵਡਿਆਈ ਮਹਿਮਾ ਹਰ ਇੱਕ ਜਗ੍ਹਾ ਤੇ ਹੈ। ਸੰਗਤਾਂ ਗੁਰੂ ਗੁਰੂ ਜਪਦੀਆਂ ਹਨ ਤੇ ਮਨ ਦੇ ਵਿੱਚ ਬੜਾ ਚਾਉ ਹੈ। ਦੂਜੇ ਪਾਸੇ ਹੋਇਆ ਕੀ ਹੈ ਕਿ ਸ਼੍ਰੀ ਖਡੂਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਸਤਿਕਾਰਯੋਗ ਪਰਿਵਾਰ ਰਹਿੰਦਾ ਹੈ। ਉਹਨਾਂ ਦੇ ਦੋ ਪੁੱਤਰ ਬਾਬਾ ਦਾਤੂ ਜੀ ਤੇ ਬਾਬਾ ਦਾਤੂ ਜੀ ਆਪਣੇ ਪਰਿਵਾਰ ਦੇ ਸਮੇਤ ਖਡੂਰ ਸਾਹਿਬ ਦੇ ਵਿੱਚ ਰਹਿਣਾ ਕਰਦੇ ਹਨ। ਹਮਰੇ ਘਰ ਕੀ ਇਹ ਵਡਿਆਈ, ਹਮ ਕੋ ਕਿਉਂ ਨ ਹੋਇ ਸੁਖਦਾਈ। ਉਹ ਜਦੋਂ ਗੁਰੂ ਅਮਰਦਾਸ ਜੀ ਦੀ ਵਡਿਆਈ ਆਪਣੇ ਕੰਨਾਂ 'ਚ ਸੁਣਦੇ ਹੈ, ਕਿਉਂਕਿ ਬਹੁਤਾ ਜ਼ਿਆਦਾ ਫਾਸਲਾ ਤੇ ਹੈ ਨਹੀਂ ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਦਾ। ਸੰਗਤਾਂ ਦਰਸ਼ਨ ਦੀਦਾਰ ਕਰਨ ਵਾਸਤੇ ਜਾਂਦੀਆਂ ਹੈ, ਵਾਪਸ ਜਦੋਂ ਮੁੜਦੀਆਂ ਹੈ ਤੇ ਰਸਤਾ ਖਡੂਰ ਸਾਹਿਬ ਵਾਲਾ ਹੀ ਪੈਂਦਾ ਹੈ। ਕਈਆਂ ਸੰਗਤਾਂ ਆਣ ਕੇ ਖਡੂਰ ਸਾਹਿਬ ਰੁਕ ਵੀ ਜਾਂਦੀਆਂ ਹੈ। ਰੁਕਣ ਦਾ ਕਾਰਨ ਕਿਸੇ ਨੂੰ ਹਨੇਰਾ ਪੈ ਗਿਆ, ਰਾਤ ਇੱਥੇ ਕੱਟ ਲਵਾਂਗੇ, ਜਾਂ ਦੂਸਰਾ ਰੁਕਣ ਦਾ ਕਾਰਨ ਵੀ ਖਡੂਰ ਸਾਹਿਬ ਗੁਰੂ ਕੀ ਨਗਰੀ ਹੈ। ਇਸ ਨਗਰੀ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸਤਿਗੁਰਾਂ ਦੇ ਵੀ ਚਰਨ ਪਏ। ਫਿਰ ਗੁਰੂ ਅੰਗਦ ਦੇਵ ਮਹਾਰਾਜ ਨੇ 13 ਸਾਲ ਦਾ ਸਮਾਂ ਇਸੇ ਨਗਰੀ ਦੇ ਵਿੱਚ ਬਤੀਤ ਕੀਤਾ। ਗੁਰੂ ਦਾ ਪਰਿਵਾਰ ਇੱਥੇ ਹੈ, ਐਸੇ ਵਿਚਾਰ ਕੇ ਸੰਗਤਾਂ ਉੱਥੇ ਰੁਕ ਵੀ ਜਾਂਦੀਆਂ ਹਨ। ਹੁਣ ਜਦੋਂ ਸੰਗਤ ਰੁਕਦੀ ਹੈ, ਪ੍ਰਸ਼ਾਦਾ ਪਾਣੀ ਛਕਦੀ ਹੈ, ਗੱਲਾਂ ਚੱਲਦੀਆਂ ਹਨ, ਤੇ ਸੰਗਤ ਆਏ ਹੋਏ ਗੱਲ ਗੱਲ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਜ਼ਿਕਰ ਕਰਦੇ ਹਨ ਵੀ ਗੁਰੂ ਅਮਰਦਾਸ ਜੀ ਐਸੇ, ਗੁਰੂ ਅਮਰਦਾਸ ਜੀ ਕਿਰਪਾਲੂ, ਗੁਰੂ ਅਮਰਦਾਸ ਜੀ ਦਿਆਲੂ, ਗੁਰੂ ਅਮਰਦਾਸ ਜੀ ਦਾ ਕੀ ਕਹਿਣਾ, ਉਹ ਤੇ ਪਰਮੇਸ਼ਰ ਰੂਪ ਹਨ। ਜਦੋਂ ਐਸੀ ਮਹਿਮਾ ਵਡਿਆਈ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬਾਬਾ ਦਾਤੂ ਤੇ ਬਾਬਾ ਦਾਸੂ ਜੀ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਤੇ ਉਹਨਾਂ ਦੇ ਕੋਲ ਬਰਦਾਸ਼ਤ ਨਹੀਂ ਹੁੰਦੀ। ਕਵੀ ਜੀ ਕਹਿੰਦੇ ਜਰਹਿ ਨਹੀਂ ਜਾਵਤ ਜਰ ਬਰਕੈ, ਜਰੀ ਨਹੀਂ ਜਾਂਦੀ ਗੁਰੂ ਅਮਰਦਾਸ ਦੀ ਵਡਿਆਈ।
ਤੇ ਗੁਰੂ ਅਮਰਦਾਸ ਦੀ ਮਹਿਮਾ ਸੁਣ ਕੇ ਸੜ ਬਲ ਕੇ ਬਿਲਕੁਲ ਕੋਲੇ ਹੋ ਜਾਂਦੇ ਹਨ। ਕਵੀ ਜੀ ਨੇ ਸ਼ਬਦ ਵਰਤਿਆ ਹੈ, ਜਰੈ ਨਹੀਂ ਜਾਵਤ ਜਰ ਬਰਕੈ। ਤੇ ਸੋਚਦੇ ਹਨ ਵੀ ਇਹ ਤਾਂ ਸਾਡੇ ਘਰ ਦੀ ਵਡਿਆਈ ਸੀ, ਸਾਡੇ ਘਰ ਦੀ ਗੁਰਤਾ ਗੱਦੀ ਸੀ। ਗੁਰੂ ਅੰਗਦ ਦੇਵ ਮਹਾਰਾਜ ਨੇ ਵਿਚਾਰ ਨਹੀਂ ਕੀਤੀ ਤੇ ਗੁਰਤਾ ਗੱਦੀ ਸ੍ਰੀ ਗੁਰੂ ਅਮਰਦਾਸ ਜੀ ਦੇ ਕੋਲ ਚਲੀ ਜਾਣਾ ਕੀਤੀ ਹੈ। ਸ਼੍ਰੀ ਅੰਗਦ ਬੈਕੁੰਠ ਪਧਾਰੇ, ਕਰੀ ਤੇਰਵੀਂ ਜਬੈ ਪਿਛਾਰੇ। ਬਾਬਾ ਦਾਤੂ ਤੇ ਬਾਬਾ ਦਾਸੂ ਜੀ, ਮੈਂ ਬੇਨਤੀ ਕਰਾਂ, ਨਾਮ ਅਸਲ ਦੇ ਵਿੱਚ ਇਹਨਾਂ ਦੇ ਬਾਬਾ ਦਾਤ ਤੇ ਬਾਬਾ ਦਾਸ ਸੀ। ਦਾਤੂ ਤੇ ਦਾਸੂ ਨਾਮ ਨਹੀਂ ਸੀ ਇਹਨਾਂ ਦੇ। ਇਹਨਾਂ ਦੇ ਕਰਮ ਐਸੇ ਸੀ ਜਿਸ ਕਰਕੇ ਸੰਗਤੇ ਰੂਪ ਦੇ ਵਿੱਚ ਖਿੱਚ ਕੇ ਨਾਮ ਇਹਨਾਂ ਦੇ ਸੰਗਤਾਂ ਨੇ ਪਾ ਦਿੱਤੇ, ਦਾਤੂ ਤੇ ਦਾਸੂ। ਵੈਸੇ ਨਾਮ ਸੀ ਬਾਬਾ ਦਾਤ ਤੇ ਬਾਬਾ ਦਾਸ। ਵੱਡਾ ਪੁੱਤਰ ਜਿਹੜਾ ਸੀ ਉਹਦਾ ਨਾਮ ਬਾਬਾ ਦਾਸ ਹੈ, ਜਿਹਨੂੰ ਆਪਾਂ ਦਾਸੂ ਕਹਿ ਕੇ ਬੁਲਾਉਂਦੇ ਹਾਂ। ਛੋਟੇ ਪੁੱਤਰ ਦਾ ਨਾਮ ਬਾਬਾ ਦਾਤ ਸੀ, ਜਿਹਨੂੰ ਆਪਾਂ ਦਾਤੂ ਜੀ ਕਹਿ ਕੇ ਬੁਲਾਉਂਦੇ ਹਾਂ। ਅਸਲ ਦੇ ਵਿੱਚ ਇਤਿਹਾਸਿਕ ਰੂਪ ਦੇ ਵਿੱਚ ਇਹਨਾਂ ਦੇ ਨਾਮ ਗ੍ਰੰਥਾਂ ਦੇ ਵਿੱਚ ਜਿਹੜੇ ਆਏ ਹੈ ਉਹ ਬਾਬਾ ਦਾਤ ਤੇ ਦਾਸ ਕਰਕੇ ਹੀ ਆਏ ਹਨ। ਪਰ ਜਿਵੇਂ ਹੁਣ ਇਹਨਾਂ ਦਾ ਅੱਗੇ ਪ੍ਰਸੰਗ ਆਵੇਗਾ ਵੀ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਜਾ ਕੇ ਇਹ ਜੋ ਕੁਛ ਵਰਤਾਉਂਦੇ ਹਨ, ਉਹਨਾਂ ਤੋਂ ਬਾਅਦ ਫਿਰ ਸੰਗਤਾਂ ਦੇ ਵਿੱਚ ਇਹਨਾਂ ਦਾ ਨਾਮ ਥੋੜ੍ਹਾ ਜਿਹਾ ਖਿੱਚ ਕਰਕੇ ਐਵੇਂ ਲੈਣਾ ਆਰੰਭ ਕਰ ਦਿੱਤਾ ਵੀ ਦਾਤ ਨਹੀਂ, ਉਹ ਤੇ ਦਾਤੂ ਆ। ਜਿਵੇਂ ਆਮ ਕਰਕੇ ਅਸੀਂ ਦੇਖਦੇ ਹਾਂ ਵੀ ਕਿਸੇ ਇਨਸਾਨ ਦਾ ਨਾਮ ਤੇ ਹੋਵੇ, ਜਿਵੇਂ ਤੁਸੀਂ ਕਹਿ ਸਕਦੇ ਹੋ ਵੀ ਕੁਲਤਾਰ ਸਿੰਘ, ਗੱਲੀ ਬਾਤੀ ਨਾਮ ਪਾ ਦੇਣਾ ਕਾਲਾ। ਨਾਮ ਹੋਵੇ ਜਿਵੇਂ ਕੁਲਵੰਤ ਸਿੰਘ, ਨਾਮ ਪਾ ਦੇਣਾ ਕਾਲੂ। ਇਸੇ ਪ੍ਰਕਾਰ ਬਾਬਾ ਦਾਤ ਤੇ ਬਾਬਾ ਦਾਸ ਇਹਨਾਂ ਦੇ ਸਹੀ ਨਾਮ ਸੀ। ਆਮ ਸੰਗਤੀ ਰੂਪ ਦੇ ਅੰਦਰ ਜਦੋਂ ਬੋਲ ਚਾਲ ਦੇ ਵਿੱਚ ਇਹਨਾਂ ਨੂੰ ਦਾਤੂ ਤੇ ਦਾਤੂ ਜੀ ਕਿਹਾ ਜਾਂਦਾ ਸੀ। ਕਵੀ ਜੀ ਹੁਣ ਇੱਥੇ ਕਹਿ ਰਹੇ ਹਨ ਕਿ ਬਾਬਾ ਦਾਤੂ ਆਪਣੇ ਵੱਡੇ ਭਰਾ ਦਾਸੂ ਦੇ ਨਾਲ ਇਹ ਗੱਲਾਂ ਕਰ ਰਿਹਾ ਹੈ। ਕਹਿੰਦਾ ਹੈ, ਵੀਰ ਜੀ, ਜਦੋਂ ਆਪਣੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਸੱਚਖੰਡ ਪਿਆਨਾ ਕਰ ਗਏ, ਭਾਵ ਜੋਤੀ ਜੋਤ ਸਮਾ ਗਏ, ਤੇ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਿਹੜੀ ਅੰਤਮ ਕਿਰਿਆ ਸੀ ਉਹ ਸਾਰੀ ਗੁਰੂ ਕਿਰਪਾ ਦੇ ਨਾਲ ਅਸੀਂ ਕਰਨਾ ਕੀਤੀ ਹੈ। ਬੁੱਢੇ ਔਰ ਵਿਚਾਰ ਕਰਨੀ ਕਾ, ਦੀਨਸ ਅਮਰ ਗੁਰੂ ਕਹੋ ਟੀਕਾ। ਪਿਤਾ ਗੁਰੂ ਅੰਗਦ ਦੇਵ ਮਹਾਰਾਜ ਦੀ ਅੰਤਮ ਰਸਿਆ ਸਾਰੀ ਕਰਨ ਤੋਂ ਬਾਅਦ ਜਦੋਂ 13 ਦਿਨ ਹੋ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਸੰਗਤ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਤੇ ਗੁਰਤਾ ਗੱਦੀ ਦੀ ਜਿਹੜੀ ਦਸਤਾਰ ਪੱਗ ਸੀ ਉਹ ਗੁਰੂ ਅਮਰਦਾਸ ਜੀ ਨੂੰ ਦੇ ਦੇਣਾ ਕੀਤੀ। ਦਾਤੂ ਨੇ ਨਿਜ ਬਲ ਕੋ ਧਾਰੇ, ਲੈ ਸਭ ਤੇ ਬਾਂਦੀ ਦਸਤਾਰੇ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਸਾਰੀ ਕਿਰਿਆ ਸਮਾਪਤ ਹੋ ਗਈ ਹੈ, ਜਿਹੜੀ ਅੰਤਮ ਕਿਰਿਆ ਸੀ, ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਗੁਰਤਾ ਗੱਦੀ ਦੀ ਦਸਤਾਰ ਹੈ ਉਹ ਗੁਰੂ ਅਮਰਦਾਸ ਮਹਾਰਾਜ ਨੂੰ ਦਿੱਤੀ ਹੈ। ਤੇ ਬਾਬਾ ਦਾਤੂ ਜੀ ਨੇ ਭਰੀ ਸੰਗਤ ਦੇ ਅੰਦਰ, ਪੰਡਾਲ ਦੇ ਅੰਦਰ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਹੱਥਾਂ ਦੇ ਵਿੱਚੋਂ ਉਹ ਜਿਹੜੀ ਦਸਤਾਰ ਸੀ ਉਹ ਲੈ ਕਰਕੇ ਆਪਣੇ ਸਿਰ ਤੇ ਸਜਾ ਲਈ ਤੇ ਪੂਰੀ ਸੰਗਤ ਦੇ ਵਿੱਚ ਇਹ ਗੱਲ ਕਹਿ ਲਈ ਵੀ ਅੱਜ ਤੋਂ ਸਿੱਖ ਸੰਗਤ ਦੇ ਤੀਜਾ ਗੁਰੂ ਮੈਨੂੰ ਸਮਝ ਲੈਣਾ ਕਰੋ। ਬੈਠੇ ਨਿਤ ਗਾਦੀ ਪਰ ਸੋਏ, ਪੂਜਾ ਕਰਨ ਆਏ ਨਹਿ ਕੋਏ। ਕਵੀ ਜੀ ਕਹਿੰਦੇ ਹੁਣ ਗੁਰੂ ਅਮਰਦਾਸ ਮਹਾਰਾਜ ਤੇ ਥੋੜੇ ਦਿਨਾਂ ਬਾਅਦ ਹੀ ਖਡੂਰ ਸਾਹਿਬ ਤੋਂ ਗੋਇੰਦਵਾਲ ਆਏ ਗਏ ਸੀ, ਆਪ ਨੂੰ ਪਤਾ ਹੈ। ਪਰ ਪਿੱਛੇ ਬਾਬਾ ਦਾਤੂ ਜੀ ਗੁਰੂ ਅੰਗਦ ਦੇਵ ਮਹਾਰਾਜ ਵਾਲੇ ਅਸਥਾਨ ਤੇ ਰੋਜ਼ ਹੀ ਗੱਦੀ ਲਗਾ ਕਰਕੇ ਚੌਂਕੜੀ ਮਾਰ ਕੇ ਬੈਠਿਆ ਕਰਦੇ ਸੀ, ਹੱਥ ਜੋੜ ਕਰਕੇ ਜਿਵੇਂ ਪਿਤਾ ਗੁਰੂ ਜੀ ਬੈਠਦੇ ਸਨ। ਕਵੀ ਜੀ ਕਹਿੰਦੇ ਵੀ ਆਪਣੀ ਪੂਜਾ ਪ੍ਰਤਿਸ਼ਠਾ ਕਰਵਾਉਣ ਵਾਸਤੇ ਗੁਰੂ ਬਣ ਕੇ ਬਾਬਾ ਦਾਤੂ ਜੀ ਰੋਜ਼ ਹੀ ਬੈਠਦੇ ਹਨ। ਪਰ ਖਡੂਰ ਸਾਹਿਬ ਤੇ ਆਲੇ ਦੁਆਲੇ ਇਲਾਕਿਆਂ ਤੋਂ ਕੋਈ ਵੀ ਸਿੱਖ ਸੰਗਤ, ਕੋਈ ਵੀ ਪਰਿਵਾਰ, ਕੋਈ ਬੱਚਾ ਬਜ਼ੁਰਗ ਇਹਨੂੰ ਮੱਥਾ ਟੇਕਣ ਵਾਸਤੇ ਆਉਣਾ ਨਹੀਂ ਕਰਦਾ। ਉਪਦੇਸ਼ਤ ਸੰਗਤ ਕੋ ਰਹਿਓ, ਤਉ ਨ ਗੁਰ ਇਸ ਕੋ ਕਿਨ ਕਹਿਓ। ਕਵੀ ਜੀ ਕਹਿੰਦੇ ਹੈ ਆਪਣੇ ਵੱਲੋਂ ਭਾਵੇਂ ਦਿਨ ਰਾਤ ਉਪਦੇਸ਼ ਦਿੰਦਾ ਹੈ, ਸੰਗਤ ਜੀ ਅੰਮ੍ਰਿਤ ਵੇਲੇ ਉੱਠੋ, ਸਿਮਰਨ ਕਰੋ, ਬਾਣੀ ਪੜ੍ਹੋ, ਮੈਂ ਤੁਹਾਨੂੰ ਮੋਕਸ਼ ਦਿਵਾਵਾਂਗਾ। ਇਹ ਸਾਰੀਆਂ ਗੱਲਾਂ ਬਾਤਾਂ ਭਾਵੇਂ ਬਾਬਾ ਦਾਤੂ ਜੀ ਕਰਦੇ ਹਨ, ਆਪਣੇ ਵੱਲੋਂ ਗੁਰੂ ਬਣ ਕੇ ਤੇ ਗੁਰੂ ਵਾਲੀ ਸਾਰੀ ਕਿਰਿਆ ਕਰਨਾ ਚਾਹੁੰਦੇ ਹਨ। ਪਰ ਤਾਂ ਵੀ ਕਿਸੇ ਨੇ ਇਹਨਾਂ ਦੇ ਉੱਤੇ ਸ਼ਰਧਾ ਭਾਵਨਾ ਲੈ ਕੇ ਆਉਣਾ ਨਹੀਂ ਕੀਤੀ, ਕਿਸੇ ਨੇ ਵੀ ਇਹਨਾਂ ਨੂੰ ਗੁਰੂ ਰੂਪ ਦੇ ਵਿੱਚ ਮੱਥਾ ਟੇਕਣਾ ਨਹੀਂ ਕੀਤਾ ਹੈ। ਆਏ ਨਹੀਂ ਕੋ ਮਾਥ ਨਿਵਾਵੈ, ਮਿਲੇ ਨਾ ਕੁਛ ਅਕੁਰ ਅਰ ਪਾਵੈ। ਕਵੀ ਜੀ ਕਹਿੰਦੇ ਨਾ ਤੇ ਕੋਈ ਸਿੱਖ ਸੰਗਤ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੀ ਸਿੱਖ ਸੰਗਤ, ਨਾ ਤੇ ਕੋਈ ਆਣ ਕੇ ਇਹਨੂੰ ਮੱਥਾ ਟੇਕਦੀ ਹੈ।
ਨਾ ਇਹਦੇ ਅੱਗੇ ਸਿਜਦਾ ਰੱਖਦੀ ਹੈ, ਨਾ ਭੇਟਾਵਾਂ ਰੱਖਦੀ ਹੈ, ਨਾ ਗੁਰੂ ਗੁਰੂ ਕਹਿ ਕੇ ਇਸ ਨੂੰ ਨਮਸਕਾਰ ਕਰਨਾ ਕਰਦੀ ਹੈ। ਜਾਂ ਤੇਰੇ ਸਕਾਰ ਦੁਖ ਹੈ ਕਨੇਰਾ, ਹੋ ਹੈ ਈਰਖਾ ਸਹਿਤ ਬਡੇਰਾ। ਇਸ ਕਰਕੇ ਦਿਨ ਰਾਤ ਬਾਬਾ ਦਾਤੂ ਜੀ ਨਾ ਈਰਖਾ ਕਰਕੇ ਅੰਤਰਾਤਮੇ ਬੜੇ ਤਪਦੇ ਹਨ, ਬੜੇ ਦੁਖੀ ਹੁੰਦੇ ਹੈ। ਗੁਰਬਾਣੀ ਦਾ ਬਚਨ ਹੈ, ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਾਹੀ ਭਾਈ ਮੀਤ। ਪਰ ਬਾਬਾ ਦਾਤੂ ਜੀ ਈਰਖਾ ਵਸ ਹੋ ਕਰਕੇ ਗੁੱਸੇ ਦੇ ਵਿੱਚ ਦਿਨ ਰਾਤ ਕਲਪਦੇ ਹਨ, ਮਨ ਕਰਕੇ ਖਿੱਚਦੇ ਹਨ, ਕਾਲੇ ਪਿੰਦੇ ਹਨ ਵੀ ਆਪਣੇ ਵੱਲੋਂ ਮੈਂ ਮਾਲਾ ਵੀ ਧਾਰਨ ਕੀਤੀ, ਸੋਹਣੀ ਦਸਤਾਰ ਵੀ ਸਜਾਈ, ਪਿਤਾ ਗੁਰੂ ਵਰਗੇ ਕੱਪੜੇ ਪਾਏ, ਗੱਦੀ ਤੇ ਵੀ ਬੈਠਾ, ਉਪਦੇਸ਼ ਵੀ ਬਖਸ਼ਿਆ, ਪਰ ਕਿਸੇ ਨੇ ਵੀ ਮੈਨੂੰ ਆਣ ਕੇ ਮੱਥਾ ਟੇਕਣਾ ਨਹੀਂ ਕੀਤਾ ਹੈ। ਬਣੈ ਗੁਰੂ ਪਰ ਬਣਿਓ ਨ ਜਾਈ, ਨਹਿ ਸੰਗਤ ਕਿਸ ਦੇਸ਼ ਤੇ ਆਈ। ਕਵੀ ਜੀ ਕਹਿੰਦੇ ਹੈ ਵੀ ਯਤਨ ਤੇ ਪੂਰਾ ਪੂਰਾ ਕਰਨਾ ਚਾਹੀਦਾ ਹੈ ਵੀ ਮੈਂ ਗੁਰੂ ਬਣ ਜਾਵਾਂ, ਪਰ ਕਹਿਣ ਲੱਗੇ ਗੁਰੂ ਬਣਿਆ ਨਾ ਗਿਆ। ਫਿਰ ਕੋਸ਼ਿਸ਼ ਕੀਤੀ ਹੈ ਪ੍ਰਚਾਰਕਾਂ ਦੇ ਦੁਆਰਾ, ਆਪਣੇ ਨੌਕਰਾਂ ਦੇ ਦੁਆਰਾ ਵੀ ਥੋੜ੍ਹੀ ਬਹੁਤੀ ਸੰਗਤ ਹੀ ਪ੍ਰੇਰ ਕੇ ਮੇਰੇ ਕੋਲ ਲੈ ਕੇ ਆ ਜਾਓ, ਪਰ ਸੰਗਤ ਨੇ ਵੀ ਆਣ ਕੇ ਮੱਥਾ ਟੇਕਣਾ ਨਹੀਂ ਕੀਤਾ ਹੈ। ਹੁਤੈ ਮਿੱਤਰ ਖੱਤਰੀ ਇਸ ਕੇਰੇ, ਨਿਕਟ ਬੈਠ ਕਰ ਤਰਕ ਕਨੇਰੇ। ਕਵੀ ਜੀ ਕਹਿੰਦੇ ਇੱਕ ਦਿਨ ਬਾਬਾ ਦਾਤੂ ਜੀ ਖਡੂਰ ਸਾਹਿਬ ਆਪਣੇ ਘਰ ਦੇ ਵਿੱਚ ਮੱਥੇ ਦੇ ਉੱਤੇ ਹੱਥ ਧਰ ਕੇ ਬੜੇ ਪਰੇਸ਼ਾਨ ਤੇ ਦੁਖੀ ਬੈਠੇ ਹਨ। ਇੰਨੇ ਨੂੰ ਹੋਇਆ ਕਿ ਹੈ ਵੀ ਇਸ ਨੂੰ ਜਾਣਨ ਵਾਲੇ ਜਿਨ੍ਹਾਂ ਦੇ ਨਾਲ ਬਾਬਾ ਦਾਤੂ ਜੀ ਨੇ ਆਪਣਾ ਬਚਪਨਾ ਬਤੀਤ ਕੀਤਾ ਹੈ, ਉਹ ਖਡੂਰ ਸਾਹਿਬ ਦੇ ਰਹਿਣ ਵਾਲੇ ਕੁਝ ਖੱਤਰੀ ਪਰਿਵਾਰ, ਖੱਤਰੀ ਇਹਨਾਂ ਦੇ ਦੋਸਤ ਮਿੱਤਰ ਬਾਬਾ ਦਾਤੂ ਜੀ ਨੂੰ ਪਰੇਸ਼ਾਨ ਜਾਣ ਕਰਕੇ ਬੜੀ ਛੇਤੀ ਦੇ ਨਾਲ ਆਏ ਹਨ। ਆਣ ਕੇ ਇਹਦਾ ਹਾਲ ਚਾਲ ਪੁੱਛਿਆ ਤੇ ਇਸ ਪ੍ਰਕਾਰ ਦੀਆਂ ਗੱਲਾਂ ਕਰਨਾ ਕੀਤੀਆਂ ਹਨ। ਤੁਮ ਸਪੂਤ ਬੈਠੇ ਰਹੇ ਸ਼ੂਸ਼ੇ, ਆਏ ਨਹੀਂ ਕੋ ਬਾਤ ਨ ਪੂਛੇ। ਕਹਿਣ ਲੱਗੇ ਅਫਸੋਸ ਹੈ, ਅਫਸੋਸ ਹੈ ਬਾਬਾ ਦਾਤੂ ਜੀ, ਬੜਾ ਤਰਸ ਆ ਰਿਹਾ ਤੇਰੇ ਉੱਤੇ। ਤੁਸੀਂ ਗੁਰੂ ਪੁੱਤਰ ਹੋ ਕੇ, ਗੁਰੂ ਸਾਹਿਬਜ਼ਾਦੇ ਹੋ ਕੇ ਖਾਲੀ ਦੇ ਖਾਲੀ ਰਹਿ ਗਏ। ਤੁਹਾਨੂੰ ਕੋਈ ਪੁੱਛ ਗਿੱਛ ਨਹੀਂ ਹੈਗੀ, ਕੋਈ ਤੁਹਾਨੂੰ ਮੱਥਾ ਨਹੀਂ ਟੇਕਦਾ, ਕੋਈ ਤੁਹਾਡਾ ਹਾਲ ਚਾਲ ਨਹੀਂ ਪੁੱਛਦਾ। ਤੁਹਾਡੇ ਇਹ ਕੰਡੀਸ਼ਨ, ਇਹ ਦਸ਼ਾ ਵੇਖ ਕਰਕੇ ਅਸੀਂ ਤੁਹਾਡੇ ਮਿੱਤਰ ਹਾਂ ਬਾਬਾ ਦਾਤੂ ਜੀ। ਸਾਡੇ ਮਨ ਦੇ ਵਿੱਚ ਬੜਾ ਦੁੱਖ ਪੈਦਾ ਹੁੰਦਾ ਹੈ, ਬੜੀ ਨਿਰਾਸ਼ਤਾ ਪੈਦਾ ਹੁੰਦੀ ਹੈ ਵੀ ਸਾਡੇ ਮਿੱਤਰ ਨੂੰ ਗੁਰੂ ਬਣਨਾ ਚਾਹੀਦਾ ਸੀ, ਮੱਥੇ ਟਿਕਵਾਉਣੇ ਚਾਹੀਦੇ ਸੀ, ਪਰ ਗੁਰੂ ਪੁੱਤਰ ਹੋ ਕਰਕੇ ਵੀ ਤੁਸੀਂ ਖਾਲੀ ਦੇ ਖਾਲੀ ਰਹਿ ਗਏ ਹੋ। ਕੋ ਸਿੱਖ ਆਏ ਨਾ ਦਰਸ਼ ਨਿਹਾਰੈ, ਭੇਟ ਨ ਅਰਪੈ ਨਮੋ ਨ ਧਾਰੈ। ਕਹਿਣ ਲੱਗੇ ਕਮਾਲ ਦੀ ਗੱਲ ਹੈ ਵੀ ਇੱਕ ਵੀ ਸਿੱਖ ਤੁਹਾਡੇ ਬੂਹੇ ਦੇ ਨਹੀਂ ਆਉਂਦਾ ਹੈਗਾ। ਇੰਨਾ ਸਮਾਂ ਤੁਹਾਡੇ ਪਿਤਾ ਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਕਿ ਇੱਕ ਵੀ ਸਿੱਖ ਆਣ ਕੇ ਤੁਹਾਨੂੰ ਮੱਥਾ ਨਹੀਂ ਟੇਕਦਾ, ਭੇਟਾਂ ਨਹੀਂ ਧਾਰਨ ਕਰਦਾ, ਨਮਸਕਾਰ ਨਹੀਂ ਕਰਦਾ। ਤੁਹਾਡੀ ਐਸੀ ਦਸ਼ਾ ਦੇਖ ਕੇ ਸਾਡਾ ਮਨ ਦਿਨ ਰਾਤ ਪਰੇਸ਼ਾਨ ਹੋਣਾ ਕਰਦਾ ਹੈ। ਜੀਵਤ ਹੀ ਪੇ ਮ੍ਰਿਤਕ ਸਮਾਨਾ, ਪਿਤ ਗਾਦੀ ਨਹਿ ਲਈ ਮਹਾਨਾ। ਤੁਸੀਂ ਤੇ ਆਪਣੇ ਪਿਤਾ ਗੁਰੂ ਦਾ ਮਰਾਤਬਾ, ਗੁਰਤਾ ਗੱਦੀ ਪ੍ਰਾਪਤ ਹੀ ਨਹੀਂ ਕਰ ਸਕੇ ਦਾਤੂ ਜੀ। ਤੁਹਾਨੂੰ ਵੇਖ ਕੇ ਤੇ ਐਵੇਂ ਲੱਗਦਾ ਹੈ ਵੀ ਜੀਵਤ ਹੀ ਪੇ ਮ੍ਰਿਤਕ ਸਮਾਨਾ, ਤੁਸੀਂ ਤੇ ਜੀਂਦਿਆਂ ਹੀ ਮਰੇ ਸਮਾਨ ਬਣ ਗਏ ਹੋ। ਇਹ ਨਾਲੋਂ ਮਾਰੀ ਜਾਂਦੇ ਹੋ ਹੀ ਚੰਗਾ ਸੀ। ਤੁਸੀਂ ਜੀਂਦੇ ਨਹੀਂ ਹੋ, ਨਾ ਹੀ ਤੁਹਾਨੂੰ ਜੀਣ ਦਾ ਕਹਿਣਾ ਬਣਦਾ ਹੈ। ਤੁਸੀਂ ਤੇ ਜੀਂਦਿਆਂ ਸਵਾਸ ਲੈਂਦਿਆਂ ਹੋਇਆਂ ਵੀ ਤੁਰਦੀ ਫਿਰਦੀ ਇੱਕ ਲਾਸ਼ ਹੋ, ਮਰੇ ਸਮਾਨ ਜਾਣੇ ਜਾਂਦੇ ਹੋ। ਕਿਸੀ ਥਾਨ ਕੋ ਖੱਤਰੀ ਆਇਓ, ਮਹਾ ਅਰੂਜ ਤਾਹੇ ਨੇ ਪਾਇਓ। ਸੋ ਅਰੂਜ ਸ਼ਬਦ ਫਾਰਸ ਅਰਬੀ ਦਾ ਹੈ, ਜਿਹਦਾ ਭਾਵ ਹੁੰਦਾ ਹੈ ਮਹਾਨ ਮਰਾਤਬਾ। ਕਵੀ ਜੀ ਕਹਿ ਰਹੇ ਹਨ ਵੀ ਖੱਤਰੀਆਂ ਨੇ ਆਣ ਕੇ ਇਹ ਗੱਲ ਕਹਿਣਾ ਕੀਤੀ ਵੀ ਤੁਸੀਂ ਤੇ ਰਹਿ ਕੇ ਖਾਲੀ ਕੁਛ ਨਹੀਂ ਕਰ ਸਕੇ, ਪਰ ਬਾਹਰ ਬਾਸਰ ਕੇ ਨਗਰ ਤੋਂ ਇੱਕ ਖੱਤਰੀ ਆਇਆ, ਭਾਵ ਸ਼੍ਰੀ ਗੁਰੂ ਅਮਰਦਾਸ ਕਿਰਪਾਲੂ ਦਾਤਾ ਜੀ। ਉਹਨਾਂ ਨੇ ਤੁਹਾਡੇ ਪਿਤਾ ਦਾ ਬਚਨ ਮੰਨ ਕੇ, ਸੇਵਾ ਕਮਾ ਕੇ, ਸਿਮਰਨ ਕਰਕੇ ਸਾਰੇ ਮਰਾਤਬੇ ਗੁਰਤਾ ਗੱਦੀ ਨੂੰ ਪ੍ਰਾਪਤ ਕਰ ਲੈਣਾ ਕੀਤਾ ਹੈ। ਦੇਸ਼ਨ ਕੇ ਨਰੇਸ਼ ਚੱਲ ਆਵੈ, ਅਰਪ ਉਪਾਇਣ ਸੀਸ ਝੁਕਾਵੈ। ਹਾਂ ਦਾਤੂ ਜੀ, ਤੁਹਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ, ਘਰੇ ਬੈਠੇ ਰਹਿੰਦੇ ਹੋ, ਮੱਥੇ ਟਿਕਵਾ ਰਹੇ ਹੋ, ਕੋਈ ਆਉਂਦਾ ਨਹੀਂ ਤੁਹਾਡੇ ਮੂਹੇ ਤੇ। ਸਾਨੂੰ ਪੁੱਛੋ, ਜਦੋਂ ਦੇ ਗੁਰੂ ਬਣੇ ਹਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਤੁਹਾਡੇ ਪਿਤਾ ਦੀ ਜਗ੍ਹਾ ਤੇ ਬੈਠੇ ਹਨ, ਉਹਨਾਂ ਦੀ ਮਹਿਮਾ ਵਡਿਆਈ ਉਸ ਦਿਨ ਤੋਂ ਇੰਨੀ ਵਧੀ ਹੈ ਕਿ ਕੀ ਦਸੀਏ। ਅਮੀਰ ਗਰੀਬ ਤੇ ਆਣ ਕੇ ਉਹਨਾਂ ਨੂੰ ਮੱਥੇ ਟੇਕਦੇ ਹੀ ਟੇਕਦੇ ਹਨ। ਹੁਣ ਤੇ ਬੜੇ ਬੜੇ ਵੱਡੇ ਰਾਜੇ ਮਹਾਰਾਜੇ ਵੀ ਉਹਨਾਂ ਨੂੰ ਆਣ ਕੇ ਸਲਾਮਾਂ ਕਰ ਰਹੇ ਹਨ, ਉਹਨਾਂ ਦੇ ਬੂਹੇ ਤੇ ਆਣ ਕੇ ਸਿਜਦੇ ਕਰ ਰਹੇ ਹਨ। ਭਾਵ ਥੋੜ੍ਹੇ ਦਿਨ ਪਹਿਲਾਂ
ਹਰੀਪੁਰ ਦਾ ਰਾਜਾ ਜੋ ਮੱਥਾ ਟੇਕ ਕੇ ਗਿਆ ਹੈ, ਹੁਣ ਥੋੜ੍ਹੇ ਸਮੇਂ ਬਾਅਦ ਅਕਬਰ ਬਾਦਸ਼ਾਹ ਵੀ ਆਵੇਗਾ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ। ਇਸ ਕਰਕੇ ਇਹਨਾਂ ਖੱਤਰੀਆਂ ਨੇ ਆਣ ਕੇ ਇਹ ਗੱਲ ਕਹਿਣਾ ਕੀਤੀ ਕਿ ਗੁਰੂ ਅਮਰਦਾਸ ਜੀ ਦੀ ਮਹਿਮਾ ਵਡਿਆਈ ਪਰੇ ਤੋਂ ਪਰੇ ਹੈ। ਰਾਜੇ ਮਹਾਰਾਜੇ ਆਣ ਕੇ ਉਹਨਾਂ ਨੂੰ ਮੱਥੇ ਟੇਕ ਰਹੇ ਹਨ। ਦੇਸ਼ ਵਿਦੇਸ਼ਾਂ ਤੋਂ ਆਣ ਕੇ ਸੰਗਤਾਂ ਬੜੀਆਂ ਕੀਮਤੀਆਂ ਭੇਟਾਵਾਂ ਰੱਖ ਕੇ ਉਹਨਾਂ ਨੂੰ ਨਮਸਕਾਰ ਕਰਨਾ ਕਰਦੀਆਂ ਹਨ। ਨਿਤ ਪ੍ਰਤ ਭੀਰ ਸਗੋਇੰਦਵਾਲ, ਆਏ ਸੰਗਤਾਂ ਮਿਲੈ ਵਿਸਾਲ। ਹਾਂ, ਗੋਇੰਦਵਾਲ ਸਾਹਿਬ ਦੇ ਵਿੱਚ ਤੇ ਬਾਬਾ ਦਾਤੂ ਜੀ ਦਿਨ ਰਾਤ ਮੇਲੇ ਹੀ ਲੱਗੇ ਰਹਿੰਦੇ ਹੈ। ਸੰਗਤਾਂ ਦਾ ਹੜ ਹੀ ਆਇਆ ਹੁੰਦਾ ਹੈ, ਬੜਾ ਸੰਗਤ ਦਾ ਇਕੱਠ ਰਹਿੰਦਾ ਹੈ। ਦੂਰ ਦੁਰਾਡੇ ਤੋਂ ਸਿੱਖ ਸੰਗਤ ਆਣ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਕਰਦੀ ਹੈ। ਪੂਜੈ ਪਾਇਣ ਸੋ ਜਸ ਬਖਾਨੈ, ਅਤ ਉਤਮ ਵਸਤੂ ਕਹੋ ਆਨੈ। ਕਵੀ ਜੀ ਕਹਿੰਦੇ ਵੀ ਸੰਗਤ ਆਉਂਦੀ ਹੈ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਦੀ ਹੈ ਤੇ ਬੜੀ ਮਹਿਮਾ ਦੇ ਸ਼ਬਦ ਕਹਿੰਦੇ ਹਨ। ਕੋਈ ਕਹਿੰਦੇ ਹੋ ਤੁਮ ਹੋ ਨਿਥਾਵਨ ਥਾਮ ਕਰੋ ਨਿਮਾਨੈ ਮਾਨ, ਕੋਈ ਕਹਿੰਦੇ ਸਤਿਗੁਰੂ ਤੁਸੀਂ ਤੇ ਨਿਉਟਿਆਂ ਦੀ ਓਟ ਹੋ, ਕੋਈ ਕਹਿੰਦਾ ਸਤਿਗੁਰੂ ਤੁਸੀਂ ਇੱਥੇ ਮੇਰੀ ਰੱਖਿਆ ਕਰਤੀ, ਕੋਈ ਕਹਿੰਦਾ ਮਹਾਰਾਜ ਮੈਂ ਘਰੇ ਬੈਠੇ ਇਹ ਅਰਦਾਸ ਕੀਤੀ ਸੀ ਤੁਹਾਡੇ ਚਰਨਾਂ ਦੇ ਵਿੱਚ, ਮੇਰੀ ਇਹ ਵੀ ਮਨੋਕਾਮਨਾ ਤੁਸੀਂ ਪੂਰਨ ਕਰ ਦੇਣਾ ਕੀਤੀ ਹੈ। ਮਾਰੈ ਬਚਨ ਬਾਣ ਉਰ ਗਾਡੇ, ਸੁਣਦਾ ਤੂੰ ਧੀਰਜ ਨਿਜ ਛਾਡੇ। ਕਵੀ ਜੀ ਕਹਿੰਦੇ ਖੱਤਰੀ ਪੁੱਤਰਾਂ ਨੇ ਬੋਲੇ ਰੂਪੀ ਐਸੇ ਤੀਰ ਮਾਰੇ ਵਾਰ-ਵਾਰ ਖਿੱਚ ਕੇ ਬਾਬਾ ਦਾਤੂ ਜੀ ਦੇ ਵੱਲ। ਭਾਵੇਂ ਬਾਬਾ ਦਾਤੂ ਜੀ ਦੇ ਅੰਦਰ ਥੋੜ੍ਹੀ ਬਹੁਤੀ ਸਹਿਣਸ਼ੀਲਤਾ, ਧੀਰਜ, ਸਤ ਸੰਤੋਖ ਸੀ, ਪਰ ਇਹਨਾਂ ਖੱਤਰੀ ਪੁੱਤਰਾਂ ਨੇ ਜਿਹੜੀਆਂ ਆਣ ਕੇ ਗੱਲਾਂ ਸੁਣਾਈਆਂ, ਬੋਲੀਆਂ ਮਾਰੀਆਂ, ਉਹਨਾਂ ਨੇ ਬਾਬਾ ਦਾਤੂ ਜੀ ਦਾ ਧੀਰਜ ਤੋੜ ਦਿੱਤਾ ਹੈ, ਉਹਨਾਂ ਦੀ ਸਹਿਣਸ਼ੀਲਤਾ ਖਤਮ ਕਰ ਦਿੱਤੀ। ਬਾਬਾ ਦਾਤੂ ਜੀ ਦੁਖੀ ਤਾਂ ਪਹਿਲਾਂ ਵੀ ਸੀ ਅੰਦਰੋਂ ਬਹੁਤ ਜ਼ਿਆਦਾ, ਪਰ ਪਹਿਲਾਂ ਇਸ ਗੱਲ ਦਾ ਮਨ ਦੇ ਵਿੱਚ ਥੋੜ੍ਹਾ ਜਿਹਾ ਸੰਤੁਸ਼ਟੀ ਸੀ ਵੀ ਚਲੋ ਮੈਨੂੰ ਕੋਈ ਬਾਹਰੋਂ ਆਣ ਕੇ ਤੰਗ ਤੇ ਨਹੀਂ ਨਾ ਕਰਦਾ, ਕੋਈ ਤਾਨੇ ਮੇਨੇ ਤੇ ਨਹੀਂ ਨਾ ਮਾਰਦਾ, ਥੋੜ੍ਹੀ ਸੰਤੁਸ਼ਟੀ ਸੀ। ਪਰ ਹੁਣ ਜਦੋਂ ਬਾਹਰੋਂ ਵੀ ਆਣ ਕੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹਦੇ ਨਾਲੋਂ ਤਾਂ ਮਰ ਜਾਂਦੇ ਉਹ ਹੀ ਚੰਗੇ ਸੀ, ਤੁਸੀਂ ਤਾਂ ਕੁਛ ਵੀ ਪ੍ਰਾਪਤ ਨਹੀਂ ਕਰ ਸਕੇ। ਹੁਣ ਇਹਨਾਂ ਬਚਨਾਂ ਨੂੰ ਸੁਣ ਕੇ ਬਾਬਾ ਦਾਤੂ ਜੀ ਦਾ ਮਨ ਬਹੁਤ ਜ਼ਿਆਦਾ ਕਾਲਾ ਤੇ ਗੁੱਸੇ ਵਾਲਾ ਬਣ ਜਾਣਾ ਕੀਤਾ ਹੈ। ਮਹਿਮਾ ਜਦ ਅਪਜਾਨੈ ਤਿਨ ਕੀ, ਤਦਪ ਕੁਸੰਗ ਹਤੀ ਬ੍ਰਿਤ ਮਨ ਕੀ। ਕਵੀ ਜੀ ਕਹਿੰਦੇ ਭਾਵੇਂ ਬਾਬਾ ਦਾਤੂ ਜੀ ਚੰਗੀ ਤਰ੍ਹਾਂ ਗੁਰੂ ਅਮਰਦਾਸ ਦੀ ਮਹਿਮਾ ਤੇ ਵਡਿਆਈ ਨੂੰ ਜਾਣਦੇ ਸਨ, ਉਹਨਾਂ ਨੂੰ ਭੁੱਲ ਨਹੀਂ ਕੋਈ ਵੀ ਗੁਰੂ ਅਮਰਦਾਸ ਜੀ ਕੌਣ ਹਨ। ਇਹ ਬਾਬਾ ਦਾਤੂ ਨੂੰ ਵੀ ਪਤਾ ਹੈ ਵੀ ਜਿਨ੍ਹਾਂ ਨੂੰ ਮੇਰੇ ਪਿਤਾ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ ਉੱਚਾ ਕਰ ਦਿੱਤਾ, ਹੁਣ ਉਹਨਾਂ ਦੀ ਬਰੋਬਰੀ ਅਸੀਂ ਕਿਵੇਂ ਕਰ ਸਕਦੇ, ਉਹਨਾਂ ਦੀ ਰੀਸ ਅਸੀਂ ਕਿਵੇਂ ਕਰ ਸਕਦੇ ਹਾਂ। ਕਵੀ ਜੀ ਕਹਿੰਦੇ ਭਾਵੇਂ ਬਾਬਾ ਦਾਤੂ ਜੀ ਗੁਰੂ ਅਮਰਦਾਸ ਦੀ ਵਡਿਆਈ ਤੇ ਮਹਿਮਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਹਨਾਂ 'ਤੇ ਸ਼ਰਧਾ ਵੀ ਰੱਖਦਾ ਹੈ, ਪਰ ਇਹ ਜਿਹੜੇ ਦੋਸਤਾਂ ਨੇ ਤੇ ਮਿੱਤਰਾਂ ਨੇ ਆਣ ਕੇ ਵਾਰ-ਵਾਰ ਬੋਲੀਆਂ ਤੇ ਤਾਨੇ ਮਾਰੇ ਹਨ, ਇਹਨਾਂ ਬੋਲੀਆਂ ਦੇ ਤਾਨਿਆਂ ਦੇ ਨਾਲ ਬਾਬਾ ਦਾਤੂ ਜੀ ਦਾ ਮਨ ਖਰਾਬ ਹੋ ਜਾਣਾ ਕੀਤਾ। ਦੀਪਤ ਮਤ ਸਰ ਅਗਣ ਅਗਾਰੀ, ਦੁਸ਼ਟ ਗਿਰਾ ਮੇਲੀ ਕ੍ਰਿਤ ਤਾਰੀ। ਕਵੀ ਜੀ ਕਹਿੰਦੇ ਮਨ ਤੇ ਈਰਖਾ ਦੀ ਅੱਗ ਦੇ ਨਾਲ ਲੱਟ ਕਰਕੇ ਪਹਿਲਾਂ ਹੀ ਮੱਚ ਰਿਹਾ ਸੀ, ਲੱਟ ਕਰਕੇ ਈਰਖਾ ਦੀ ਅੱਗ ਤੇ ਪਹਿਲਾਂ ਹੀ ਮੱਚ ਰਹੀ ਸੀ। ਇਹ ਜਿਹੜੇ ਦੋਸਤ ਮਿੱਤਰਾਂ ਨੇ ਆਣ ਕੇ ਬੋਲੀਆਂ ਮਾਰੀਆਂ ਹਨ, ਇਹ ਬੋਲੀਆਂ ਨਹੀਂ ਮੰਨੋ, ਉਹਨਾਂ ਨੇ ਬਹੁਤ ਸਾਰਾ ਘਿਓ ਲਿਆ ਕੇ ਇਹਦੇ ਵਿੱਚ ਪਾ ਦਿੱਤਾ ਹੈ। ਬਲਦੇ ਹੋਈ ਅੱਗ ਦੇ ਵਿੱਚ ਪਾਣੀ ਪਾਓ ਤੇ ਸ਼ਾਂਤ ਹੋਵੇ, ਪਰ ਲੱਟ ਕਰਕੇ ਅੱਗ ਦੀ ਲਾਟ ਮੱਚ ਰਹੀ ਹੋਵੇ ਤੇ ਉੱਤੋਂ ਲਿਆ ਕੇ ਹੌਲੀ ਥੋੜ੍ਹਾ ਜਿਹਾ ਵਰਮੀਆਂ ਦੇ ਨਾਲ ਘਿਓ ਪਾਈ ਜਾਓ ਤੇ ਭਬਕ ਮਾਰ ਕਰਕੇ ਅੱਗ ਜਿਹੜੀ ਹੈ ਅਸਮਾਨ ਨੂੰ ਉੱਠਦੀ ਹੈ। ਉਸੇ ਤਰ੍ਹਾਂ ਹੋਇਆ ਕੀ ਹੈ ਵੀ ਪਹਿਲਾਂ ਹੀ ਈਰਖਾ ਦੀ ਅੱਗ ਦੇ ਨਾਲ ਬਾਬਾ ਦਾਤੂ ਜੀ ਬੜੇ ਦੁਖੀ ਤੇ ਪਰੇਸ਼ਾਨ ਸਨ। ਕੁਝ ਸੰਗੀਆਂ ਤੇ ਭੈੜੇ ਮਿੱਤਰਾਂ ਨੇ ਆਣ ਕੇ ਜਿਹੜੇ ਬੋਲੀਆਂ ਮਾਰੀਆਂ ਹਨ, ਉਹਨਾਂ ਨੇ ਅੱਗ ਦੇ ਵਿੱਚ ਘਿਓ ਪਾਉਣ ਵਾਲਾ ਕੰਮ ਕਰਨਾ ਕੀਤਾ। ਵਿਆਕੁਲ ਭਇਓ ਸਹਿਓ ਨਹਿ ਜਾਈ, ਆਤਰਿਸ ਤੇ ਚਿਤ ਅਸ ਉਪਜਾਈ। ਬਾਬਾ ਦਾਤੂ ਜੀ ਬਹੁਤ ਜ਼ਿਆਦਾ ਵਿਆਕੁਲ ਰੋਣ ਹਾਕੇ ਹੋ ਗਏ, ਜਿਵੇਂ ਰੋਣ ਵਾਲਾ ਮੂੰਹ ਹੋ ਜਾਂਦਾ ਪਰ ਰੋਇਆ ਨਾ ਜਾਵੇ, ਐਸੀ ਸਿਚੁਏਸ਼ਨ ਆ ਗਈ ਹੈ। ਮਨ ਸਹਿਮ ਗਿਆ, ਡਰ ਦੇ ਵਿੱਚ ਹੈ, ਕਾਹਲੀ ਦੇ ਵਿੱਚ ਹਨ, ਚਿੰਤਾ ਹੈ, ਬਰਦਾਸ਼ਤ ਨਹੀਂ ਹੋ ਰਿਹਾ ਵੀ ਮੈਂ ਕੀ ਕਰਾਂ। ਚਿੰਤਾ ਪੈਦਾ ਹੋ ਗਈ ਵੀ ਹੁਣ ਆਪਣੇ ਮਿੱਤਰਾਂ ਦੀਆਂ ਬੋਲੀਆਂ ਵੀ ਨਹੀਂ ਸਹਾਰੀਆਂ ਜਾਂਦੀਆਂ, ਮੇਰੀ ਪੂਜਾ ਵੀ ਨਹੀਂ ਹੋ ਰਹੀ, ਗੁਰੂ ਅਮਰਦਾਸ ਦੀ ਵਡਿਆਈ ਨੂੰ ਸਹਾਰਿਆ ਵੀ ਨਹੀਂ ਜਾਂਦਾ। ਐਸੇ ਵਿਚਾਰ ਵਾਰ-ਵਾਰ ਬਾਬਾ ਦਾਤੂ ਜੀ ਦੇ ਮਨ ਦੇ ਵਿੱਚ ਆਉਣਾ ਕੀਤੀ। ਅਮਰ ਗੁਰੂ ਕੋ ਜਾਏ ਸਿੰਗਾਰੋਂ,
ਗੁਰਤਾ ਗਾਦੀ ਬਹੁਰ ਸੰਭਾਰੋ। ਆਖਰ ਦੇ ਵਿੱਚ ਸੋਚਦਿਆਂ ਮਨ ਨੇ ਡਿਸੀਜਨ ਲੈ ਹੀ ਲਿਆ। ਮਨ ਕਹਿਣ ਲੱਗਾ, ਮਨਾ ਐਵੇਂ ਨਹੀਂ ਜ਼ਿੰਦਗੀ ਕੱਟੀ ਜਾਣੀ, ਤੂੰ ਐਵੇਂ ਕਰ ਵੀ ਜਾ ਕੇ ਗੁਰੂ ਅਮਰਦਾਸ ਜੀ ਨੂੰ ਖਤਮ ਕਰ ਦੇ। ਜੇ ਗੁਰੂ ਅਮਰਦਾਸ ਜੀ ਖਤਮ ਹੋ ਗਏ ਤੇ ਗੁਰਤਾ ਗੱਦੀ ਰਹਿੰਦੀ ਦੁਨੀਆ ਤੱਕ ਸਾਡੇ ਪਰਿਵਾਰ ਦੇ ਕੋਲ ਤੇ ਮੇਰੇ ਕੋਲ ਹੀ ਰਵੇਗੀ, ਮੇਰੇ ਧੀ ਪੁੱਤਰਾਂ ਦੇ ਵਿੱਚ ਹੀ ਰਵੇਗੀ। ਐਸੇ ਵਿਚਾਰ ਬੜੀ ਦ੍ਰਿੜਤਾ ਦੇ ਨਾਲ ਬਾਬਾ ਦਾਤੂ ਜੀ ਦੇ ਮਨ ਦੇ ਵਿੱਚ ਆਈ ਹੈ ਵੀ ਗੁਰਤਾ ਗੱਦੀ ਮੈਨੂੰ ਪ੍ਰਾਪਤ ਹੋ ਜਾਵੇਗੀ, ਪਰ ਕਰਨਾ ਕੀ ਪਵੇਗਾ ਵੀ ਗੋਇੰਦਵਾਲ ਸਾਹਿਬ ਜਾਵਾਂ ਤੇ ਕਿਸੇ ਢੰਗ ਦੇ ਨਾਲ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਖਤਮ ਕਰ ਦੇਣਾ ਕਰੀਏ। ਪਿਤ ਕੀ ਵਸਤ ਪੂਤ ਹਮ ਮਾਲਕ, ਅਪਰ ਕਿਸੂ ਕੇ ਕਿਮ ਹੋਏ ਤਾਲਕ। ਕਹਿ ਲੱਗੇ ਸਾਡੇ ਪਿਤਾ ਦੀ ਜਗ੍ਹਾ ਸੀ, ਸਾਡੇ ਪਿਤਾ ਜੀ ਬੈਠਦੇ ਸੀ ਗੁਰਤਾ ਗੱਦੀ ਤੇ, ਅਸੀਂ ਮਾਲਕ ਹਾਂ। ਹੋਰ ਕਿਸੇ ਦਾ ਕੀ ਹੱਕ ਹੈ ਵੀ ਸਾਡੇ ਪਿਤਾ ਗੁਰੂ ਦੀ ਗੁਰਤਾ ਗੱਦੀ ਤੇ ਆਣ ਕੇ ਬਿਰਾਜਮਾਨ ਹੋ ਜਾਣਾ ਕਰੇ। ਇਮ ਵਿਚਾਰ ਕਰ ਕੈ ਪ੍ਰਸਥਾਨਾ, ਪਹੁੰਚਿਓ ਸ਼੍ਰੀ ਗੁਰ ਅਮਰ ਸਥਾਨਾ। ਐਸੇ ਵਿਚਾਰ ਕਰਕੇ ਬਾਬਾ ਦਾਤੂ ਜੀ ਨੇ ਘੋੜੇ ਦੀ ਸਵਾਰੀ ਕੀਤੀ। 2-4 ਆਪਣੇ ਨੌਕਰ ਨਾਲ ਰਹੇ ਹੈ, ਸੇਵਾਦਾਰ ਨਾਲ ਰਹੇ ਹੈ, ਕੁਛ ਪਿੰਡ ਦੇ ਬੰਦੇ ਨਾਲ ਇਕੱਠੇ ਕਰ ਲਏ। ਸੋ 8-10 ਬੰਦਿਆਂ ਦਾ ਕਾਫਲਾ ਬਣਾ ਕਰਕੇ ਵਾਹੋ ਦਾਹੀ ਬੜੀ ਛੇਤੀ ਦੇ ਨਾਲ ਮੰਜ਼ਿਲ ਦਰ ਮੰਜ਼ਿਲ ਕਰਦਾ ਹੋਇਆ ਬਾਬਾ ਦਾਤੂ ਜੀ ਗੋਇੰਦਵਾਲ ਸਾਹਿਬ ਪਹੁੰਚ ਗਏ ਹਨ। ਲੱਗਿਓ ਦੀਵਾਨ ਬਿਰਾਜੈ ਬੀਚ, ਦਰਸ਼ੈ ਮਿਲੈ ਊਚ ਅਰ ਨੀਚ। ਅੱਗੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਦਾ ਠਾਠਾ ਮਾਰਤਾ ਦਰਬਾਰ ਪੰਡਾਲ ਸਜਿਆ ਹੋਇਆ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੰਗਤ ਦੇ ਵਿੱਚ ਬੈਠੇ ਹੈ, ਉੱਚੀ ਜਗ੍ਹਾ ਤੇ ਸਿੰਘਾਸਣ ਤੇ। ਉੱਚੇ ਤੇ ਨੀਚ ਭਾਵ ਅਮੀਰ ਗਰੀਬ ਪੜ੍ਹੇ ਤੇ ਅਨਪੜ੍ਹ ਸਾਰੇ ਆਣ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਹਨ। ਕੋ ਟੇਕਤ ਹੈ ਮਾਥ ਅਗਾਰੀ, ਕੋ ਬੇਨਤੀ ਕਰ ਜੋਰ ਉਚਾਰੀ। ਕਵੀ ਜੀ ਕਹਿੰਦਾ ਦਰਬਾਰ ਦੀ ਮਹਿਮਾ ਸੁਣੋ ਵੀ ਗੁਰੂ ਸਾਹਿਬ ਜੀ ਸਿੰਘਾਸਣ ਤੇ ਬੈਠੇ ਹਨ, ਸੰਗਤ ਪੰਡਾਲ 'ਚ ਵੀ ਬੈਠੀ ਹੈ ਤੇ ਲੈਣਾ ਦੇ ਵਿੱਚ ਵੀ ਲੱਗੀ ਹੋਈ ਹੈ। ਕਵੀ ਜੀ ਕਹਿੰਦੇ ਹੈ ਕੋ ਤੇ ਦੋਨੋਂ ਹੱਥ ਜੋੜ ਕੇ ਆਣ ਕੇ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਮੱਥਾ ਟੇਕਦਾ ਹੈ, ਤੇ ਕੋਈ ਦੋਵੇਂ ਹੱਥ ਜੋੜ ਕੇ ਜਿਹੜੀ ਆਪਣੇ ਅੰਦਰ ਦੀ ਵੇਦਨਾ ਹੈ, ਦੁੱਖ ਹੈ, ਜੋ ਕੁਛ ਵੀ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਕਹਿਣਾ ਹੈ, ਕੋਈ ਹੱਥ ਜੋੜ ਕੇ ਆਪਣੀ ਬਿਰਥਾ ਦੱਸ ਰਿਹਾ ਹੈ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੇ ਅਰਦਾਸ ਕਰ, ਤੇ ਕੋਈ ਹੱਥ ਜੋੜ ਕੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਦੇ ਪਏ ਹਨ। ਕੋ ਬੈਠੇ ਸਿਮਰੈ ਸਤਨਾਮ, ਗਾਏ ਰਬਾਬੀ ਧੁਨ ਅਬਰਾਮੋ। ਕੋਈ ਸੰਗਤ ਦੇ ਵਿੱਚ ਬੈਠ ਕੇ ਬੜੀ ਮੱਧਮ ਆਵਾਜ਼ ਦੇ ਵਿੱਚ ਵਾਹਿਗੁਰੂ 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 ਦਾ ਉਚਾਰਨ ਕਰ ਰਹੇ ਹਨ, ਤੇ ਰਾਗੀ ਸਿੱਖ ਜਿਹੜੇ ਹਨ ਬੜੇ ਪਿਆਰ ਦੇ ਨਾਲ ਸਟੇਜ ਦੇ ਉੱਤੇ ਬੈਠ ਕਰਕੇ ਗੁਰੂ ਕੀ ਬਾਣੀ ਦਾ ਕੀਰਤਨ ਗਾਇਨ ਕਰ ਰਹੇ ਹਨ। ਕੋ ਇੱਕ ਚਿਤ ਹਵੈ ਸ਼ਬਦ ਸੁਣਤ ਹੈ, ਕੋ ਮਨ ਬਿਖੈ ਵਿਚਾਰ ਗੁਣਤ ਹੈ। ਤੇ ਕੋਈ ਐਸੇ ਵੀ ਹਨ ਵਡਭਾਗੀ ਜਿਹੜੇ ਸੰਗਤ ਦੇ ਵਿੱਚ ਦੇਵਤਿਆਂ ਦੇ ਵਤ ਰਿਸ਼ੀ ਮੁਨੀਆਂ ਦੇ ਵਤ ਅੱਖਾਂ ਬੰਦ ਕਰਕੇ ਚੌਂਕੜੀਆਂ ਮਾਰ ਕੇ ਬੈਠੇ ਹੈ, ਤੇ ਜਿਹੜੇ ਰਾਗੀ ਸਿੱਖ ਕੀਰਤਨ ਕਰ ਰਹੇ ਹਨ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸੁਣ ਰਹੇ ਹਨ। ਇਹ ਸਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੋ ਪਠਾਏ। ਕੋਈ ਗੁਰੂ ਕੀ ਬਾਣੀ ਨੂੰ ਧਿਆਨ ਦੇ ਨਾਲ ਸੁਣ ਰਿਹਾ ਹੈ, ਕਈ ਬਾਣੀ ਨੂੰ ਸੁਣ ਕੇ ਤੇ ਬਾਣੀ ਦੀ ਵਿਚਾਰ ਕਰ ਰਹੇ ਹਨ ਵੀ ਕਿਆ ਗੁਰ ਕਹਿ ਕਰੈ ਹਮ ਕਿਆ, ਵੀ ਗੁਰੂ ਕੀ ਬਾਣੀ ਕੀ ਕਹਿ ਰਹੀ ਹੈ। ਕੋਈ ਇਸ ਚੀਜ਼ ਦੇ ਨਾਲ ਆਪਣਾ ਚਿੱਤ ਜੋੜ ਕੇ ਬੈਠਾ ਹੈ, ਕੋਈ ਕੀਰਤਨ ਦੇ ਨਾਲ, ਕੋਈ ਸਿਮਰਨ ਦੇ ਨਾਲ, ਤੇ ਕੋਈ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀ ਕਰਦੇ ਪਏ ਹਨ। ਜਥਾ ਸ਼ੰਭ ਮੁਨ ਗਨ ਕੇ ਮਾਹੀ, ਭਾਵਤ ਸਭਾ ਸ਼ੁਭਤ ਹੈ ਤਾਹੀ। ਕਵੀ ਜੀ ਕਹਿੰਦੇ ਹਨ ਵੀ ਜਿਵੇਂ ਬਹੁਤ ਸਾਰੇ ਰਿਸ਼ੀ ਮੁਨੀ ਦੇਵੀ ਦੇਵਤਿਆਂ ਦੇ ਵਿੱਚ ਸ਼੍ਰੀ ਸ਼ਿਵ ਜੀ ਮਹਾਰਾਜ ਜੀ ਅਟਲ ਸਮਾਧੀ ਲਗਾ ਕਰਕੇ ਉਹਨਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਹੋਣ, ਉਹਨਾਂ ਨੂੰ ਬਚਨ ਸਰਵਣ ਕਰਵਾ ਰਹੇ ਹੋਣ, ਇਸੇ ਪ੍ਰਕਾਰ ਰਿਸ਼ੀ ਮੁਨੀਆਂ ਤੇ ਦੇਵਤਿਆਂ ਦੇ ਵੱਤ ਬੈਠੀ ਹੋਈ ਹੈ ਸਿੱਖ ਸੰਗਤ, ਤੇ ਸ਼ਿਵ ਜੀ ਮਹਾਰਾਜ ਜੀ ਦੇ ਵਾਂਗ ਧੰਨ ਸ਼੍ਰੀ ਗੁਰੂ ਅਮਰਦਾਸ ਕਿਰਪਾਲੂ ਦਾਤਾ ਜੀ ਆਪਣੇ ਸਿੰਘਾਸਣ ਤੇ ਬੈਠ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਵੇਖ ਪ੍ਰਤਾਪ ਨਹਿ ਦੇ ਸਹਾਰਾ, ਭਇਓ ਕ੍ਰੋਧ ਤੇ ਸ਼ੋਭਤ ਭਾਰਾ। ਗੁਰੂ ਅਮਰਦਾਸ ਮਹਾਰਾਜ ਦੀ ਐਸੀ ਮਹਿਮਾ ਵਡਿਆਈ ਵੇਖ ਕੇ ਬਾਬਾ ਦਾਤੂ ਜੀ ਦੇ ਕੋਲ ਝੱਲਿਆ ਨਹੀਂ ਗਿਆ। ਕਮਾਲ ਹੋ ਗਈ, ਹਜ਼ਾਰਾਂ ਸੰਗਤਾਂ ਬੈਠੀਆਂ, ਹਜ਼ਾਰਾਂ ਮੱਥੇ ਟੇਕ ਰਹੀਆਂ, ਹਜ਼ਾਰਾਂ ਅਰਦਾਸਾਂ ਕਰ ਰਹੀਆਂ ਹਨ, ਹਜ਼ਾਰਾਂ ਹਜੇ ਲੈਣਾ ਦੇ ਵਿੱਚ ਲੱਗੀਆਂ ਹੋਈਆਂ ਹਨ।
ਗੁਰੂ ਸਾਹਿਬ ਜੀ ਦਾ ਐਸ਼ਵਰਜ ਪ੍ਰਤਾਪ ਮਹਿਮਾ ਵਡਿਆਈ ਵੇਖ ਕਰਕੇ ਬਾਬਾ ਦਾਤੂ ਜੀ ਦੇ ਕੋਲ ਸਹਾਰੀ ਨਹੀਂ ਗਈ। ਮਨ ਜਿਹੜਾ ਕ੍ਰੋਧ ਦੇ ਨਾਲ ਬਿਲਕੁਲ ਭਰ ਜਾਣਾ ਕੀਤਾ ਹੈ। ਅਪਰ ਕਛੂ ਤਹਿ ਹੋਏ ਨ ਸਕਈ, ਪਹੁੰਚ ਨਿਕਟ ਗੁਰ ਤਨ ਕੋ ਤਕਈ। ਹੁਣ ਇੰਨੀ ਸੰਗਤ ਹੈ, ਬਾਬਾ ਦਾਤੂ ਜੀ ਕਰ ਤੇ ਕੁਛ ਨਹੀਂ ਸਕਦੇ। ਘਰੋਂ ਤੇ ਆਏ ਸੀ ਵੀ ਮੈਂ ਜਾ ਕੇ ਗੁਰੂ ਸਾਹਿਬ ਨੂੰ ਖਤਮ ਕਰ ਦੇਣਾ ਹੈ, ਪਰ ਜਦੋਂ ਆਲਾ ਦਵਾਲਾ ਵੇਖਿਆ ਹੈ ਤੇ ਹੱਥ ਰੁਕ ਗਏ, ਕੁਛ ਨਾ ਕਰ ਸਕੇ। ਹੌਲੀ ਹੌਲੀ ਗੁਰੂ ਅਮਰਦਾਸ ਜੀ ਦੇ ਕੋਲ ਗਏ ਹਨ ਤੇ ਆਪਣੇ ਅੱਖਾਂ ਦੇ ਨਾਲ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਵੇਖਣਾ ਕੀਤਾ ਹੈ। ਰਿਸ ਕਰ ਉਰ ਮੈਂ ਲਾਤ ਪਰ ਹਾਰੀ, ਜਿਮ ਲక్ష్ਮੀ ਪਤ ਕੇ ਭ੍ਰਿਗ ਮਾਰੀ। ਆਖਰ ਦੇ ਵਿੱਚ ਆਲਾ ਦਵਾਲਾ 2 ਵਾਰੀ ਵੇਖਿਆ ਹੈ। ਐਵੇਂ ਆਲਾ ਦਵਾਲਾ 2-3 ਵਾਰੀ ਵੇਖ ਕੇ ਫਿਰ ਬਾਬਾ ਦਾਤੂ ਜੀ ਨੇ ਬੜੇ ਗੁੱਸੇ ਦੇ ਨਾਲ ਆਪਣੀ ਸੱਜੀ ਜਿਹੜੀ ਲੱਤ ਚੁੱਕੀ ਹੈ ਤੇ ਧੰਨ ਸ਼੍ਰੀ ਗੁਰੂ ਅਮਰਦਾਸ ਕਿਰਪਾਲੂ ਦਾਤਾ ਜੀ ਦੀ ਸੱਜੀ ਵੱਖੀ ਦੇ ਅੰਦਰ ਖਿੱਚ ਕਰਕੇ ਬੜੀ ਜ਼ੋਰ ਦੇ ਨਾਲ ਲੱਤ ਮਾਰੀ। ਤੇ ਕਵੀ ਜੀ ਕਹਿੰਦੇ ਲੱਤ ਐਵੇਂ ਮਾਰੀ ਹੈ ਜਿਵੇਂ ਕਿਸੇ ਵਕਤ ਵਿਸ਼ਨੂੰ ਮਹਾਰਾਜ ਸੁੱਤੇ ਪਏ ਸੀ ਤੇ ਉਹਨਾਂ ਦੀ ਵੱਖੀ 'ਚ ਜਾ ਕੇ ਜਿਵੇਂ ਭ੍ਰਿੰਗੂ ਰਿਸ਼ੀ ਨੇ ਲੱਤ ਮਾਰੀ ਸੀ। ਅੱਜ ਉਹ ਹੀ ਕਾਰਜ ਜਿਹੜਾ ਇਸ ਧਰਤੀ ਤੇ ਹੋਇਆ ਹੈ ਕਿ ਗੁਰੂ ਅਮਰਦਾਸ ਜੀ ਬੈਠੇ ਹੋਏ ਹਨ ਤੇ ਉਹਨਾਂ ਦੀ ਵੱਖੀ ਦੇ ਵਿੱਚ ਜਾ ਕੇ ਬਾਬਾ ਦਾਤੂ ਜੀ ਲੱਤ ਮਾਰਦੇ। ਇਹ ਭ੍ਰਿੰਗੀ ਰਿਸ਼ੀ ਸ਼ਿਵਜੀ ਮਹਾਰਾਜ ਦਾ ਇੱਕ ਮੰਤਰੀ ਪੁੱਤਰ ਹੋਇਆ ਹੈ। ਇੱਕ ਵਾਰ ਇਹਨਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਵੀ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਇ ਦੀ ਬਾਣ, 3 ਦੇਵਤੇ ਹੈ। ਨਮੋ ਰਾਜ ਸਿੰਘ, ਤਾਮ ਸਿੰਘ, ਸ਼ਾਂਤ ਰੂਪੇ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਵਿਚਾਰ ਕੀਤੇ ਵੀ ਅਸੀਂ ਨਿਰਣਾ ਕਰੀਏ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਸਤੋ ਗੁਣੀ ਕੌਣ ਹੈ, ਸ਼ਾਂਤ ਰਸ ਦੇ ਵਿੱਚ ਕੌਣ ਰਹਿੰਦਾ ਹੈ। ਪਹਿਲਾਂ ਬ੍ਰਹਮਾ ਜੀ ਦੇ ਕੋਲ ਗਿਆ ਭ੍ਰਿੰਗ ਰਿਸ਼ੀ, ਜਾ ਕੇ ਕਹਿਣ ਲੱਗਾ ਬਾਹਮਣਾ ਕੀ ਕਰ ਰਿਹਾ? ਲੰਮੀ ਦਾੜੀ ਵਧਾਈ, ਕਮੰਡਲ ਫੜਿਆ ਹੋਇਆ, ਦਿਨ ਰਾਤ ਰਾਮ ਰਾਮ ਜਪਦਾ। ਇੰਨਾ ਗੁੱਸੇ ਦੇ ਵਿੱਚ ਆਇਆ ਬ੍ਰਹਮਾ ਕਿ ਕਮੰਡਲ ਲੈ ਕੇ ਭ੍ਰਿੰਗੂ ਰਿਸ਼ੀ ਦੇ ਪਿੱਛੇ ਪੈ ਗਿਆ। ਕਹਿੰਦਾ ਤੈਨੂੰ ਛੱਡਣਾ ਨਹੀਂ, ਅੱਜ ਮਾਰ ਦੇਣਾ ਹੈ, ਮੇਰੀ ਬੇਇੱਜ਼ਤੀ ਕੀਤੀ ਤੂੰ। ਭ੍ਰਿੰਗੂ ਰਿਸ਼ੀ ਕਹਿਣ ਲੱਗਾ ਇਹ ਵੀ ਰਜੋ ਗੁਣੀ ਹੈ, ਇਹਦੀ ਆਰਾਧਨਾ ਕਰਨੀ ਜਾਂ ਇਹਦੀ ਤਪ ਕਰਨ ਦੀ ਕੋਈ ਲੋੜ ਨਹੀਂ। ਫਿਰ ਉਹ ਗਏ ਸ਼ਿਵਜੀ ਮਹਾਰਾਜ ਦੇ ਕੋਲ। ਸ਼ਿਵਜੀ ਮਹਾਰਾਜ ਨੂੰ ਵੀ ਜਾ ਕੇ ਕਿਹਾ ਕਿ ਕੀ ਸਮਾਧੀ ਲਾ ਕੇ ਬੈਠੇ ਹੋ, ਗਲ 'ਚ ਸੱਪ ਲਟਕਾਏ ਪਏ ਨੇ, ਇੱਕ ਐਸੀ ਵੇਸ਼ਭੂਸ਼ਾ ਹੈ। ਕੁਛ ਐਸੇ ਸ਼ਬਦ ਕਹੇ ਵੀ ਉਹ ਵੀ ਤਰਸੂਲ ਲੈ ਕੇ ਪਿੱਛੇ ਭੱਜ ਪਏ। ਫਿਰ ਭ੍ਰਿੰਗੂ ਰਿਸ਼ੀ ਭੱਜਦਾ ਭੱਜਦਾ ਉੱਥੇ ਆਇਆ ਜਿੱਥੇ ਸਮੁੰਦਰ ਦੇ ਵਿੱਚ ਸ਼ੇਸ਼ਨਾਗ ਦੀ ਛੇਜ ਦੇ ਉੱਤੇ ਵਿਸ਼ਨੂੰ ਮਹਾਰਾਜ ਆਰਾਮ ਕਰਦੇ ਪਏ ਨੇ। ਸੁੱਤੇ ਪਏ ਸਨ ਜੋਗ ਨਿੰਦਰਾ ਦੇ ਅੰਦਰ, ਅੱਖਾਂ ਨਹੀਂ ਖੋਲ੍ਹੀਆਂ। ਭ੍ਰਿੰਗੂ ਰਿਸ਼ੀ ਨੇ ਬੜੇ ਗੁੱਸੇ ਦੇ ਵਿੱਚ ਆਣ ਕੇ ਆਪ ਜੀ ਦੇ ਖੱਬੇ ਵੱਖੀ ਦੇ ਵਿੱਚ ਲੱਤ ਮਾਰੀ। ਵਿਸ਼ਨੂੰ ਮਹਾਰਾਜ ਜੀ ਉੱਠ ਕੇ ਖੜੇ ਹੋ ਗਏ, ਲੱਤਾਂ ਫੜ ਲਈਆਂ ਭ੍ਰਿੰਗੂ ਰਿਸ਼ੀ ਦੀਆਂ। ਕਹਿੰਦਾ ਰਿਸ਼ੀ ਜੀ ਗਲਤੀ ਹੋ ਗਈ, ਤੁਸੀਂ ਆਏ ਸੀ, ਮੈਂ ਉੱਠ ਕੇ ਸਤਿਕਾਰ ਨਹੀਂ ਕੀਤਾ। ਉਹ ਕਹਿਣ ਲੱਗਾ ਨਹੀਂ ਮਹਾਰਾਜ, ਲੱਤ ਇਸ ਕਰਕੇ ਮਾਰੀ ਸੀ, ਪਰਖ ਕਰਨੀ ਸੀ ਵੀ ਤਿੰਨਾਂ ਦੇਵਤਿਆਂ ਦੇ ਵਿੱਚੋਂ ਪੂਜਣ ਯੋਗ ਕੌਣ ਹੈ, ਤੁਸੀਂ ਪੂਜਣ ਯੋਗ ਹੋ। ਉਹੀ ਗੱਲ ਆ ਜਿੱਥੇ ਕਵੀ ਜੀ ਨੇ ਕਹੀ ਹੈ ਵੀ ਬਾਬਾ ਦਾਤੂ ਜੀ ਨੇ ਉਸੇ ਪ੍ਰਕਾਰ ਜਾ ਕੇ ਲੱਤ ਗੁਰੂ ਅਮਰਦਾਸ ਜੀ ਦੇ ਵੱਕੀ 'ਚ ਮਾਰੀ ਜਿਵੇਂ ਕਦੇ ਭ੍ਰਿੰਗੂ ਰਿਸ਼ੀ ਦੀ ਲੱਤ ਖਾ ਕੇ ਸ਼੍ਰੀ ਵਿਸ਼ਨੂੰ ਮਹਾਰਾਜ ਜੀ ਸ਼ੇਸ਼ਨਾਗ ਤੋਂ ਥੱਲੇ ਡਿੱਗ ਪਏ ਸਨ। ਸੋ ਇਹ ਅਗਲੇਰਾ ਇਤਿਹਾਸ ਜਿਹੜਾ ਹੈ, ਜਿਵੇਂ ਗੁਰੂ ਅਮਰਦਾਸ ਕਿਰਪਾਲੂ ਦਾਤਾ ਜੀ ਆਪਣੇ ਪਵਿੱਤਰ ਹੱਥਾਂ ਦੇ ਨਾਲ ਬਾਬਾ ਦਾਤੂ ਜੀ ਦੇ ਚਰਨ ਫੜ ਲੈਣਗੇ ਤੇ ਕਹਿਣਗੇ ਵੀ ਮੇਰੇ ਕੋਲ ਗਲਤੀ ਹੋ ਗਈ, ਮੈਂ ਤੁਹਾਡਾ ਸਤਿਕਾਰ ਨਹੀਂ ਕੀਤਾ। ਕਿਵੇਂ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਨਗਰ ਛੱਡ ਕੇ ਬਾਸਰ ਕੇ ਨਗਰ ਚਲੇ ਜਾਣਗੇ, ਇਹ ਸਾਰਾ ਗੁਰ ਇਤਿਹਾਸ ਸੁਣਨ ਵਾਲੇ ਦੀਵਾਨਾਂ ਵਿਖੇ ਬੈਠ ਕੇ ਪ੍ਰੇਮ ਦੇ ਨਾਲ ਸਰਵਣ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,